Hello, dear aspirants. I welcome you all in this beautiful platform of Burma Academy. So, as you all know, ਆਪਣੇ ਇਸ ਪਲੇਟਫਾਰਮ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਲਈ ਜਿਹੜਾ ਬੈਸਟ ਮਟੀਰੀਅਲ ਹੈ ਉਹ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਸੋ ਦੈਟ ਤੁਸੀਂ ਜਿਸ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਉਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕੀਏ ਤੇ ਜੋ ਵੀ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਤਾਂ ਆਈ ਹੋਪ ਤੁਸੀਂ ਇਹ ਜਿਹੜਾ ਰਿਵਾਈਜ਼ ਕਰਦੇ ਹੋਵੋਗੇ ਕਲਾਸਿਸ ਦਾ ਜਿਹੜੀਆਂ ਤੁਹਾਡੀਆਂ ਰੈਗੂਲਰ ਚੱਲ ਹੀ ਰਹੀਆਂ ਨੇ ਸੋ ਜਿੰਨਾ ਵੀ ਕੰਟੈਂਟ ਤੁਹਾਨੂੰ ਦਿੱਤਾ ਜਾਂਦਾ ਹੈ ਟਰਾਈ ਕਰਿਆ ਕਰੋਗੇ ਕਲਾਸ ਦੇ ਵਿੱਚ ਹੀ ਤੁਸੀਂ ਇਹ ਜਿਹੜਾ ਉਹਨੂੰ ਯਾਦ ਕਰ ਲੈਣਾ ਤੇ ਬਾਅਦ ਦੇ ਵਿੱਚ 5-10 ਮਿੰਟ ਜਿਹੜਾ ਬਾਅਦ ਦੇ ਵਿੱਚ ਦੇ ਕੇ ਤੁਸੀਂ ਜਿਹੜਾ ਉਹਨਾਂ ਨੂੰ ਦੁਬਾਰਾ ਤੋਂ ਰਿਵਾਈਜ਼ ਕਰਨਾ ਤਾਂ ਜੋ ਤੁਹਾਡੇ ਕਨਸੈਪਟ ਆ ਜਿਹੜੇ ਕਲੀਅਰ ਹੋ ਜਾਣ ਤੇ ਵਰਡਸ ਆ ਜਿਹੜੇ ਤੁਹਾਡੇ ਯਾਦ ਹੋ ਜਾਣ ਹਾਂਜੀ ਤਾਂ ਆਪਾਂ ਜਿਹੜਾ ਸੀਗਾ ਵੋਕੈਬਲਰੀ ਸੀਰੀਜ਼ ਸੀ ਜਿਹੜੀ ਸਟਾਰਟ ਕੀਤੀ ਸੀ ਜਿਹਦੇ ਵਿੱਚ ਤੁਹਾਡੀਆਂ 28 ਕਲਾਸਿਸ ਆ ਜਿਹੜੀਆਂ ਆਪਾਂ ਕਰ ਚੁੱਕੇ ਹਾਂ ਅੱਜ ਤੁਹਾਡੀ ਵੋਕੈਬਲਰੀ 29 ਨੰਬਰ ਕਲਾਸ ਹੈ ਵੋਕੈਬ ਸਿੱਖਾਂਗੇ ਵਿਦ ਟ੍ਰਿਕਸ ਦੇ ਨਾਲ ਨਿਮੋਨਿਕਸ ਦੇ ਨਾਲ ਤਾਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੋ ਵੀ ਸਟੂਡੈਂਟਸ ਚੈਨਲ ਦੇ ਉੱਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਜੋ ਜੇ ਵੀ ਆਪਣੇ ਕੋਲੇ ਕੋਈ ਨਵੀਂ ਕਲਾਸ ਚੈਨਲ ਦੇ ਉੱਤੇ ਅਪਲੋਡ ਹੁੰਦੀ ਹੈ ਤਾਂ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਜੇ ਸੈਕੰਡ ਚੀਜ਼ ਹੈ ਜੀ ਆਪਣਾ ਜਿਹੜਾ ਆਪਣਾ ਇੱਕ ਟੈਲੀਗ੍ਰਾਮ ਗਰੁੱਪ ਬਣਿਆ ਹੋਇਆ ਚੈਨਲ ਦਾ ਟੈਲੀਗ੍ਰਾਮ ਗਰੁੱਪ ਹੈ ਜਿਹੜਾ ਤੁਸੀਂ ਉਹ ਜੁਆਇਨ ਕਰ ਸਕਦੇ ਹੋ ਆਪਣੇ ਜਿਹੜਾ ਕਲਾਸ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਆ ਉੱਥੇ ਮਿਲ ਜਾਏਗਾ ਅੱਗੇ ਤੁਹਾਡੇ ਕੋਲੇ ਟੈਲੀਗ੍ਰਾਮ ਗਰੁੱਪ ਦੇ ਤੁਹਾਨੂੰ ਬੈਨੀਫਿਟ ਕੀ ਨੇ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੇ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਦੇ ਚਾਹੇ ਉਹ ਕਿਸੇ ਐਗਜ਼ਾਮ ਨਾਲ ਰਿਲੇਟਡ ਹੋਵੇ ਜਾਂ ਫਿਰ ਤੁਹਾਡੇ ਕਿਸੇ ਕਲਾਸ ਨਾਲ ਰਿਲੇਟਡ ਹੋਵੇ ਤਾਂ ਉਹ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਉੱਪਰ ਸ਼ੇਅਰ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਜਿੱਥੋਂ ਤੁਸੀਂ ਇਹ ਜਿਹੜਾ ਬੈਨੀਫਿਟ ਲੈ ਸਕਦੇ ਹੋ ਸੈਕੰਡ ਹੈ ਜੀ ਆਪਣੇ ਜਿੰਨੇ ਵੀ YouTube ਦੇ ਉੱਤੇ ਸੈਸ਼ਨ ਹੁੰਦੇ ਆ ਹਰ ਇੱਕ ਸਬਜੈਕਟ ਦੇ ਜਿਹੜੇ ਤੁਹਾਨੂੰ YouTube ਦੇ ਉੱਤੇ ਹੋਣ ਵਾਲੇ ਸੈਸ਼ਨ ਦੇ ਨੋਟਸ ਹੈ ਜਿਹੜੇ ਉਹ ਟੈਲੀਗ੍ਰਾਮ ਗਰੁੱਪ ਦੇ ਉੱਤੇ ਪੀਪੀਟੀ ਫਾਰਮ ਦੇ ਵਿੱਚ ਆ ਜਿਹੜੇ ਪ੍ਰੋਵਾਈਡ ਕਰਵਾਏ ਜਾਂਦੇ ਆ ਜਿਨ੍ਹਾਂ ਦਾ ਜੇ ਚਾਹੋ ਤੁਸੀਂ ਉੱਥੋਂ ਰਿਵਾਈਜ਼ ਕਰ ਸਕਦੇ ਹੋ ਆਪਣੇ ਕਨਸੈਪਟ ਦੇ ਨੋਟਸ ਨਹੀਂ ਬਣਾ ਰਹੇ ਸੈਕੰਡ ਤੁਸੀਂ ਉੱਥੋਂ ਜਿਹੜਾ ਹੈਗਾ ਉਹਨਾਂ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹੋ ਥਰਡ ਜਿਹੜਾ ਹੈਗਾ ਤੁਹਾਡਾ ਉਹੀ ਸੇਮ ਚੀਜ਼ ਤੁਸੀਂ ਇਹ ਜਿਹੜਾ ਉਹਨਾਂ ਨੂੰ ਚੰਗੇ ਤਰੀਕੇ ਨਾਲ ਰਿਵਾਈਜ਼ ਕਰ ਸਕਦੇ ਹੋ ਕਲਾਸਿਸ ਦੇ ਜਿਹੜੇ ਨੋਟਸ ਨੇ ਉਹਨਾਂ ਨੂੰ ਪੜ੍ਹ ਸਕਦੇ ਹੋ ਥਰਡ ਹੈ ਜੀ ਮੋਸਟ ਇੰਪੋਰਟੈਂਟ ਥਿੰਗ ਹੈ ਕਿ ਜਦੋਂ ਵੀ ਆਪਾਂ ਕਿਸੇ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਦੇ ਹਾਂ ਤਾਂ ਸਭ ਤੋਂ ਵੱਡੀ ਚੀਜ਼ ਆ ਜਾਂਦੀ ਹੈ ਕਿ ਆਪਾਂ ਪ੍ਰੀਵੀਅਸ ਈਅਰ ਕੁਐਸਚਨ ਆਨਸਰ ਹੈ ਜਿਹੜੇ ਉਹ ਲਗਾ ਕੇ ਦੇਖ ਦਿੰਦੇ ਹਾਂ ਨਾ ਤਾਂ ਉਹਦੇ ਵਾਸਤੇ ਤੁਹਾਡੇ ਦੇ ਟੈਲੀਗ੍ਰਾਮ ਗਰੁੱਪ ਦੇ ਉੱਤੇ ਇੱਕ ਇਨੀਸ਼ੀਏਟਿਵ ਕੀਤਾ ਗਿਆ ਕਿ ਤੁਹਾਨੂੰ ਜਿਹੜੇ ਪੋਸਟ ਤੇ ਕੁਇਜ਼ ਨੇ ਜਿਹੜੇ ਟੈਲੀਗ੍ਰਾਮ ਗਰੁੱਪ 'ਚ ਸ਼ੇਅਰ ਕੀਤੇ ਜਾਂਦੇ ਆ ਜਿਨ੍ਹਾਂ 'ਚ ਪਾਰਟਿਸਿਪੇਟ ਕਰਕੇ ਤੁਸੀਂ ਆਪਣਾ ਜਿਹੜਾ ਤਿਆਰੀ ਦਾ ਲੈਵਲ ਆ ਉਹ ਚੈੱਕ ਕਰ ਸਕਦੇ ਹੋ ਸੋ ਆਈ ਹੋਪ ਤੁਸੀਂ ਇਹ ਜਿਹੜਾ ਜਿਨ੍ਹਾਂ ਨੇ ਵੀ ਟੈਲੀਗ੍ਰਾਮ ਗਰੁੱਪ ਜੁਆਇਨ ਕੀਤਾ ਹੋਣਾ ਉਹ ਇਹਦਾ ਬੈਨੀਫਿਟ ਲੈ ਰਹੇ ਹੋਣਗੇ ਸੋ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਉਹ ਜਿਹੜਾ ਟੈਲੀਗ੍ਰਾਮ ਗਰੁੱਪ ਕਲਾਸ ਦੇ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਏਗਾ ਉੱਥੋਂ ਜੁਆਇਨ ਕਰ ਲੈਣਾ ਹਾਂਜੀ ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਆਪਣੀ ਕਲਾਸ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਕਿ ਅੱਜ ਆਪਣੀ ਵੋਕੈਬਲਰੀ 29 ਨੰਬਰ ਕਲਾਸ ਹੈ ਕਲਾਸ ਦੇ ਵਿੱਚ ਆਪਾਂ ਸਿੱਖਾਂਗੇ ਨਵੇਂ ਵਰਡਸ ਵਨ ਵਰਡ ਸਬਸਟੀਟਿਊਸ਼ਨ ਈਡੀਅਮ ਫਰੇਜ਼ਸ ਹੋ ਗਏ ਤੁਹਾਡੇ ਸਪੈਲਿੰਗ ਐਰਰਸ ਆਪਾਂ ਕਰਾਂਗੇ ਇਸ ਤੋਂ ਇਲਾਵਾ ਆਪਣੇ ਜਿਹੜੇ ਫਿਕਸ ਪ੍ਰੈਪੋਜੀਸ਼ਨ ਨਾਲ ਰਿਲੇਟਡ ਟੌਪਿਕ ਹੁੰਦੇ ਆ ਉਹ ਵੀ ਹੈ ਜਿਹੜਾ ਇੱਥੇ ਆਪਾਂ ਡਿਸਕਸ ਕਰਾਂਗੇ ਹਾਂਜੀ ਤਾਂ ਸਟਾਰਟ ਕਰਦੇ ਹਾਂ ਅੱਜ ਆਪਣੀ ਕਲਾਸ ਵਿਦ ਫਰਸਟ ਟੌਪਿਕ ਜਿਹੜਾ ਹੈਗਾ ਆਪਣੇ ਕੋਲੇ ਵਨ ਵਰਡ ਸਬਸਟੀਟਿਊਸ਼ਨ ਜਿਵੇਂ ਹੁਣ ਤੁਹਾਨੂੰ ਸਾਰਿਆਂ ਨੂੰ ਚੀਜ਼ ਇਹ ਕਲੀਅਰ ਹੋ ਹੀ ਗਈ ਹੋਗੀ ਕਿ ਵਨ ਵਰਡ ਸਬਸਟੀਟਿਊਸ਼ਨ ਕੀ ਹੁੰਦੇ ਆ ਤਾਂ ਆਪਾਂ ਅਨੇਕ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਹੈ ਜਿਹੜਾ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਤਾਂ ਉਹੀ ਸੇਮ ਚੀਜ਼ ਤੁਹਾਡੀ ਇੰਗਲਿਸ਼ ਦੇ ਵਿੱਚ ਵੀ ਆ ਜਾਂਦੀ ਹੈ ਕਾਫੀ ਕੁਐਸਚਨ ਜਿਹੜੇ ਤੁਹਾਡੇ ਇਸ ਦੇ ਵਿੱਚ ਪੁੱਛੇ ਜਾਂਦੇ ਹਰ ਇੱਕ ਪੇਪਰ ਦੇ ਵਿੱਚ ਆਉਂਦੇ ਆ ਹਾਂਜੀ ਤਾਂ ਸਟਾਰਟ ਕਰਦੇ ਹਾਂ ਫਰਸਟ ਫਰੇਜ਼ ਆ ਜਿਹੜੀ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਈ ਹੈ ਦੇਖੋ ਜੀ ਫਰਸਟ ਫਰੇਜ਼ ਦੇ ਵਿੱਚ ਕੀ ਕਿਹਾ ਗਿਆ ਅ ਪਰਸਨ ਹੂ ਐਂਟਰਸ ਇਲੀਗਲੀ ਇਨ ਆਰਡਰ ਟੂ ਸਟੇ ਤਾਂ ਇਹੋ ਜਿਹਾ ਪਰਸਨ ਜਿਹੜਾ ਕਿ ਕਹਿ ਲਓ ਇਲੀਗਲੀ ਐਂਟਰ ਕਰਦਾ ਹੈ ਕਾਹਦੇ ਵਿੱਚ ਕਿਸੇ ਵੀ ਕਹਿ ਲਓ ਬਿਲਡਿੰਗ ਦੇ ਵਿੱਚ ਕਿਸੇ ਇੰਸਟੀਟਿਊਸ਼ਨ ਦੇ ਵਿੱਚ ਕੀ ਕਰਨ ਦੇ ਵਾਸਤੇ ਆਪਣਾ ਚੋਰੀ ਕਰਨ ਦੇ ਵਾਸਤੇ ਤਾਂ ਚੋਰੀ ਕਰਨ ਦੇ ਲਈ ਐਂਟਰ ਕਰਨ ਵਾਲਾ ਪਰਸਨ ਜੋ ਕਿ ਕਹਿ ਲਓ ਇਲੀਗਲੀ ਐਂਟਰ ਕਰ ਰਿਹਾ ਤਾਂ ਉਹਨੂੰ ਕੀ ਕਿਹਾ ਜਾਂਦਾ ਜੀ ਬਰਗਲਰ ਵਰਡ ਹੈ ਜਿਹੜਾ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ ਤਾਂ ਬਰਗਲਰ ਤੁਸੀਂ ਰੋਬਰ ਵਰਡ ਸੁਣਿਆ ਹੋਣਾ ROBBER ਤਾਂ ਰੋਬਰ ਵਰਡ ਦਾ ਮੀਨਿੰਗ ਵੀ ਸੇਮ ਹੀ ਹੁੰਦਾ ਘੁਸਪੈਠ ਗਿਆ ਤੁਸੀਂ ਕਹਿ ਸਕਦੇ ਹੋ ਤੇ ਬਰਗਲਰ ਦਾ ਮੀਨਿੰਗ ਵੀ ਸੇਮ ਹੀ ਹੈ ਅੱਗੇ ਤੁਸੀਂ ਯਾਦ ਕੇ ਰੱਖਣਾ ਹੈ ਪਰਸਨ ਹੂ ਐਂਟਰਸ ਇਲੀਗਲੀ ਇਨ ਆਰਡਰ ਟੂ ਸਟੀਲ ਸੋ ਜੇ ਤੁਹਾਡੇ ਕੋਲ ਆਪਸ਼ਨ ਦੇ ਵਿੱਚ ਬਰਗਲਰ ਵਰਡ ਹੋਇਆ ਤਾਂ ਤੁਸੀਂ ਬਰਗਲਰ ਲਾਓਗੇ ਬਟ ਜੇ ਬਰਗਲਰ ਵਰਡ ਨਹੀਂ ਦਿੱਤਾ ਤਾਂ ਤੁਹਾਨੂੰ ਰੋਬਰ ਵਰਡ ਦਿੱਤਾ ਹੋਵੇਗਾ ਤਾਂ ਤੁਸੀਂ ਰੋਬਰ ਹੈ ਜਿਹੜਾ ਉਹ ਟਿਕ ਕਰ ਸਕਦੇ ਹੋ ਹਾਂਜੀ ਤਾਂ ਅੱਗੇ ਤੁਹਾਡੇ ਕੋਲ ਸੈਕੰਡ ਫਰੇਜ਼ ਦੈਟ ਇਜ਼ a substance that speeds up chemical reaction without being consumed by the reaction itself ਤਾਂ ਕਹਿੰਦੇ ਕੀ ਹੈ ਇਹੋ ਜਿਹਾ ਸਬਸਟੈਂਸ ਜਿਹੜਾ ਕਿ ਕਿਸੇ ਕੈਮੀਕਲ ਰਿਐਕਸ਼ਨ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਪਰ ਜਦੋਂ ਉਹ ਯੂਜ਼ ਕੀਤਾ ਜਾਂਦਾ ਹੈ ਤਾਂ ਕੈਮੀਕਲ ਰਿਐਕਸ਼ਨ ਹੈ ਜਿਹੜਾ ਉਹਦਾ ਆਪ ਯੂਜ਼ ਨਹੀਂ ਕਰਦੀ ਤਾਂ ਹੁਣ ਬੇਸਿਕਲੀ ਤੁਹਾਡੇ ਕੋਲੇ ਉਹ ਵਰਡ ਜਿਹੜਾ ਕਿ ਆਪਣੇ ਕੋਲੇ ਯੂਜ਼ ਕੀਤਾ ਜਾਣ ਵਾਲਾ ਸਬਸਟੈਂਸ ਹੈ ਉਹਨੂੰ ਕੀ ਕਿਹਾ ਜਾਂਦਾ ਜੀ ਕੈਟਾਲਿਸਟ ਕਿਹਾ ਜਾਂਦਾ ਬੇਸਿਕਲੀ ਆਪਾਂ ਪੰਜਾਬੀ 'ਚ ਇਹਨੂੰ ਉਤਪ੍ਰੇਰਕ ਕਹਿ ਦਿੰਦੇ ਹਾਂ ਤੁਸੀਂ ਸਾਇੰਸ ਦੇ ਵਿੱਚ ਪੜ੍ਹਿਆ ਹੋਣਾ ਹੈ ਤਾਂ ਉਤਪ੍ਰੇਰਕ ਕੈਟਾਲਿਸਟ ਕੀ ਹੁੰਦੇ ਆ ਕਿਸੇ ਵੀ ਰਿਐਕਸ਼ਨ ਦੀ ਸਪੀਡ ਅਪ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਆ ਤਾਂ ਹੁਣ ਕੈਮੀਕਲ ਰਿਐਕਸ਼ਨਸ ਹੁੰਦੀਆਂ ਨੇ ਉਹਨਾਂ ਨੂੰ ਸਪੀਡ ਅਪ ਕਰਨ ਦੇ ਲਈ ਰਿਐਕਸ਼ਨ ਨੂੰ ਜਲਦੀ ਕਰਵਾਉਣ ਦੇ ਲਈ ਜਿਹੜਾ ਕੁਝ ਆਪਣੇ ਕੋਲੇ ਮਟੀਰੀਅਲ ਹੈ ਜਿਹੜਾ ਯੂਜ਼ ਕੀਤਾ ਜਾਂਦਾ ਹੈ ਉਹਨਾਂ ਨੂੰ ਆਪਾਂ ਕੈਟਾਲਿਸਟ ਕਹਿ ਦਿੰਦੇ ਆ ਸੋ ਕੈਟਾਲਿਸਟ ਦਾ ਕੰਮ ਕੀ ਹੁੰਦਾ ਹੈ ਜਿਹੜਾ ਰਿਐਕਸ਼ਨ ਹੁੰਦਾ ਹੈ ਉਹਦੀ ਸਪੀਡ ਅਪ ਕਰ ਦਿੰਦੇ ਆ ਉਹਨੂੰ ਤੇਜ਼ੀ ਨਾਲ ਜਿਹੜਾ ਉਹ ਕਰਵਾ ਦਿੰਦੇ ਆ ਬਟ ਆਪ ਹੈ ਜਿਹੜਾ ਉਹਦੇ ਵਿੱਚ ਉਹ ਯੂਜ਼ ਨਹੀਂ ਕੀਤੇ ਜਾਂਦੇ ਮਤਲਬ ਜਿਹੜਾ ਰਿਐਕਸ਼ਨ ਦੇ ਵਿੱਚ ਉਹਨਾਂ ਦਾ ਕੋਈ ਇੰਨਾ ਜ਼ਿਆਦਾ ਰੋਲ ਨਹੀਂ ਹੁੰਦਾ ਕਿ ਬਾਅਦ ਦੇ ਵਿੱਚ ਉਹਨਾਂ ਦਾ ਇਹਦੇ ਵਿੱਚ ਯੂਜ਼ ਕੀਤਾ ਜਾਵੇ
ਜਾਵੇ। ਸੋ ਅ ਸਬਸਟੈਂਸ that speeds up chemical reaction without being consumed by the reaction itself is called catalyst। ਤਾਂ catalyst ਤੁਸੀਂ ਜਿਹੜਾ ਇੱਥੋਂ ਧਿਆਨ ਵਿੱਚ ਰੱਖ ਲੈਣਾ ਹੈ। ਨੈਕਸਟ ਹੈ ਜੀ ਆਪਣੇ ਕੋਲੇ ਥਰਡ ਨੰਬਰ ਫਰੇਜ਼ that is soldiers who fight on horseback। ਤਾਂ ਬੇਸਿਕਲੀ ਆਪਣੇ ਕੋਲੇ ਆਰਮੀ ਹੁੰਦੀ ਹੈ ਹਨਾ, ਤਾਂ ਆਰਮੀ ਇੱਕ ਤਾਂ ਹੁੰਦੀ ਹੈ ਤੁਹਾਡੇ ਕੋਲੇ ਫੁੱਟ ਦੇ ਉੱਤੇ ਲੜਦੀ ਹੈ, ਮਤਲਬ ਪੈਰਾਂ ਦੇ ਉੱਤੇ ਹਨਾ, ਪੈਦਲ ਹੈ ਜਿਹੜੀ ਪੈਦਲ ਆਰਮੀ ਹੁੰਦੀ ਹੈ, ਪੈਦਲ ਲੜਨ ਵਾਲੀ ਸੈਨਾ ਹੁੰਦੀ ਹੈ। ਇੱਕ ਹੁੰਦੀ ਹੈ ਜਿਹੜੀ ਕਿ ਘੋੜਿਆਂ ਦੇ ਉੱਤੇ ਜਾਂ ਹਾਥੀਆਂ ਦੇ ਉੱਤੇ ਲੜਨ ਵਾਲੀ ਸੈਨਾ ਹੁੰਦੀ ਹੈ। ਤਾਂ ਹੁਣ ਤੁਹਾਡੇ ਕੋਲੇ ਵਰਡ ਕੀ ਹੈ, ਸੋਲਜਰਸ ਹੂ ਫਾਈਟ ਔਨ ਹਾਰਸਬੈਕ। ਤਾਂ ਹਾਰਸਬੈਕ ਦੇ ਉੱਤੇ ਜਿਹੜੇ ਮਤਲਬ ਕਰੋ ਘੋੜਿਆਂ ਵਾਲੀ ਸੈਨਾ ਹੁੰਦੀ ਹੈ, ਉਹਨੂੰ ਕੀ ਕਿਹਾ ਜਾਂਦਾ ਜੀ, ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ ਵਰਡ ਕੈਵਲਰੀ। ਤਾਂ ਕੈਵਲ ਤੇ ਤੁਸੀਂ ਕੈਵਲ ਤੋਂ ਕੈਮਲ ਬਣਾ ਲਓ ਨਾ, ਤਾਂ ਕੈਮਲਰੀ ਕਰ ਲਓ ਚਾਹੇ ਕੈਵਲਰੀ, ਕਿਵੇਂ ਵੀ ਯਾਦ ਕਰਨਾ ਜਿਵੇਂ ਤੁਸੀਂ ਕਰ ਸਕਦੇ ਹੋ। ਸੋ ਕੈਮਲ ਤੋਂ ਤੁਹਾਡੇ ਕੋਲ ਉੱਠ ਹੋ ਜਾਏਗਾ, ਸੋ ਆਪਾਂ ਜਿਹੜਾ ਉੱਥੋਂ ਬਣਾ ਸਕਦੇ ਹਾਂ ਕੈਮਲਰੀ ਵਰਡ ਹੋ ਜਾਏਗਾ। ਕੈਵਲਰੀ ਤੁਹਾਡਾ ਉਹਦੇ ਨਾਲ ਸਿਨੋਨਿਮ ਜਾਂ ਇੱਕੋ ਜਿਹਾ ਮਿਲਦਾ ਜੁਲਦਾ ਜਾ, ਸੋ ਕੈਵਲਰੀ ਵਰਡ ਤੁਸੀਂ ਕੈਮਲ ਤੋਂ ਯਾਦ ਕਰ ਸਕਦੇ ਹੋ। ਸੈਕਿੰਡ ਤੁਹਾਡੇ ਕੋਲ ਮੈਂ ਤੁਹਾਨੂੰ ਦੱਸਿਆ ਕਿ ਇੱਕ ਪੈਦਲ ਸੈਨਾ ਹੁੰਦੀ ਹੈ ਜੋ ਕਿ ਫੁੱਟ ਦੇ ਉੱਤੇ ਲੜਦੀ ਹੈ। ਫਾਈਟ ਔਨ ਜੇ ਫੁੱਟ ਹੋਵੇ ਤਾਂ ਤੁਹਾਡੇ ਕੋਲੇ ਕੀ ਆ ਜਾਏਗਾ, ਉਹਦਾ ਮੀਨਿੰਗ ਆ ਜਾਏਗਾ ਜੀ ਇਨਫੈਂਟਰੀ, ਇਨਫੈਂਟਰੀ। ਤਾਂ ਹੁਣ ਦੋ ਵਰਡ ਹੈ ਜਿਹੜੇ ਆਪਾਂ ਇੱਥੋਂ ਦੇਖੇ ਆ। ਪਹਿਲਾ ਹੈਗਾ ਕਿ ਤੁਹਾਡੇ ਕੋਲੇ ਸੋਲਜਰਸ ਹੂ ਫਾਈਟ ਔਨ ਹਾਰਸਬੈਕ, ਤਾਂ ਉਹਨਾਂ ਨੂੰ ਆਪਾਂ ਕਹਾਂਗੇ ਕੈਵਲਰੀ। ਜਾਂ ਇੱਥੇ ਤੁਹਾਡੇ ਕੋਲੇ ਕੈਮਲ ਵਰਡ ਵੀ ਯੂਜ਼ ਕੀਤਾ ਜਾ ਸਕਦਾ, ਕੈਮਲ ਬੈਕ, ਸੋ ਉੱਥੇ ਵੀ ਤੁਹਾਡੇ ਕੋਲੇ ਕੈਵਲਰੀ ਵਰਡ ਹੀ ਯੂਜ਼ ਕੀਤਾ ਜਾਏਗਾ। ਸੈਕਿੰਡ ਆਪਣੇ ਕੋਲੇ ਫਰੇਜ਼ ਕੀ ਆ ਸਕਦੀ ਹੈ, ਸੋਲਜਰਸ ਹੂ ਫਾਈਟ ਔਨ ਫੁੱਟ। ਤਾਂ ਇਹੋ ਜਿਹੇ ਸੋਲਜਰ ਜਿਹੜੇ ਕਿ ਪੈਦਲ ਲੜਦੇ ਆ, ਪੈਰਾਂ ਦੇ ਉੱਤੇ ਜਿਹੜਾ ਉਹ ਲੜਦੇ ਆ, ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ, ਇਨਫੈਂਟਰੀ ਵਰਡ ਹੈ ਜਿਹੜਾ ਉਹਨਾਂ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਸੋ ਇਨਫੈਂਟਰੀ ਐਂਡ ਕੈਵਲਰੀ ਦੋਨੋਂ ਡਿਫਰੈਂਟ ਨੇ, ਹੁੰਦੇ ਸੈਨਾ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਇੱਕ ਹੈਗੀ ਤੁਹਾਡੀ ਹਾਰਸਬੈਕ ਤੇ ਲੜਨ ਵਾਲੀ, ਦੂਸਰੀ ਹੈਗੀ ਤੁਹਾਡੀ ਪੈਦਲ ਲੜਨ ਵਾਲੀ। ਅੱਗੇ ਅਸੀਂ 4 ਨੰਬਰ ਫਰੇਜ਼ that is a time when enemies agree to stop fighting। ਤਾਂ ਹੁਣ ਜਿਵੇਂ ਕਿ ਆਪਣਾ ਕਹਿ ਲਓ ਪਾਕਿਸਤਾਨ ਤੇ ਇੰਡੀਆ ਦੀ ਵਾਰ ਹੈ ਜਿਹੜੀ ਹੋ ਕੇ ਹਟੀ ਹੈ ਪਿੱਛੇ ਜੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਸੀਜ਼ ਫਾਇਰ ਦਾ ਉਲੰਘਣ ਹੋ ਗਿਆ, ਸੀਜ਼ ਫਾਇਰ ਤੋੜਤਾ, ਆਹ ਵਾਲੀਆਂ ਚੀਜ਼ਾਂ ਤੁਸੀਂ ਕਾਫੀ ਸੁਣੀਆਂ ਹੋਣੀਆਂ ਨਿਊਜ਼ ਦੇ ਵਿੱਚ। ਸੋ ਇਹੋ ਜਿਹਾ ਟਾਈਮ ਜਦੋਂ ਕਿ ਕਹਿ ਲਓ ਐਨਮੀਜ਼ ਹੈ ਜਿਹੜੇ ਸਟਾਪ ਕਰਨ ਦੇ ਲਈ ਮੰਨ ਜਾਣ, ਕੀ ਚੀਜ਼, ਆਪਣਾ ਫਾਈਟਿੰਗ ਨੂੰ। ਤਾਂ ਫਾਈਟਿੰਗ ਨੂੰ ਸਟਾਪ ਕਰਨ ਦੇ ਲਈ ਜਿਹੜਾ ਐਗਰੀਮੈਂਟ ਹੋ ਜਾਂਦਾ ਹੈ ਐਨਮੀਜ਼ ਦੇ ਨਾਲ, ਤੁਹਾਨੂੰ ਕੀ ਕਿਹਾ ਜਾਂਦਾ ਜੀ, ਸੀਜ਼ ਫਾਇਰ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ। ਤਾਂ ਹੁਣ ਇਹ ਤਾਂ ਤੁਹਾਡੇ ਸਾਰਿਆਂ ਦੇ ਯਾਦ ਹੋਣੀ ਹੈ, ਸੀਜ਼ ਫਾਇਰ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਵਾਰ ਨੂੰ ਰੋਕਣ ਦੇ ਲਈ ਕੀਤਾ ਜਾਣ ਵਾਲਾ ਐਗਰੀਮੈਂਟ, ਜੋ ਕਿ ਹੁਣ ਭਾਰਤ ਪਾਕਿਸਤਾਨ ਦੇ ਵਿੱਚ ਹੋ ਕੇ ਹਟਿਆ, ਪਿੱਛੇ ਜੇ ਤੁਹਾਡੀ ਵਾਰ ਹੋਈ ਹੈ। ਹਾਂਜੀ, ਅੱਗੇ ਆਪਣੇ ਕੋਲ ਆ ਜਾਂਦਾ 5 ਨੰਬਰ ਫਰੇਜ਼ that is anything tending to move away from center। ਤਾਂ ਇਹੋ ਜਿਹੀ ਚੀਜ਼ ਜਿਹੜੀ ਕਿ ਕਹਿ ਲਓ ਸੈਂਟਰ ਤੋਂ ਦੂਰ ਵੱਲ ਭੱਜਦੀ ਹੈ। ਜਿਵੇਂ ਆਹ ਲਾਓ ਆਪਣੇ ਕੋਲੇ ਕੀ ਹੈ, ਇੱਕ ਸਰਕਲ ਹੈ, ਇਹ ਕੀ ਆਪਣਾ ਸਰਕਲ ਹੈ। ਹੁਣ ਇਹ ਆ ਗਿਆ ਦਾ ਸੈਂਟਰ, ਤਾਂ ਸੈਂਟਰ ਤੋਂ ਜਿਹੜੀ ਚੀਜ਼ ਕਹਿ ਲਓ ਦੂਰ ਵੱਲ ਨੂੰ ਜਾਵੇਗੀ, ਇਸ ਤਰੀਕੇ ਨਾਲ ਜਿਹੜਾ ਹੈਗਾ ਅਵੇ ਕਿਹਾ ਗਿਆ ਨਾ, ਤਾਂ ਅਵੇ ਦਾ ਮਤਲਬ ਹੁੰਦਾ ਦੂਰ, ਦੂਰ ਵਾਲੇ ਜਾ ਰਹੀ ਹੈ, ਤਾਂ ਉਹਦੇ ਵਾਸਤੇ ਯੂਜ਼ ਕੀਤਾ ਜਾਂਦਾ ਜੀ ਸੈਂਟਰੀਫਿਊਗਲ। ਸੈਂਟਰੀਫਿਊਗਲ ਵਰਡ ਯੂਜ਼ ਕੀਤਾ ਜਾਂਦਾ ਹੈ ਐਨੀਥਿੰਗ ਟੈਂਡਿੰਗ ਟੂ ਮੂਵ ਅਵੇ ਫਰੋਮ ਦਾ ਸੈਂਟਰ। ਤਾਂ ਫਿਗਲ ਤੋਂ ਤੁਸੀਂ ਕਹਿ ਲਓ, ਫਿਗਲ ਹੋ ਗਈ ਮਤਲਬ ਫੁਰ ਹੋ ਗਈ, ਫੁਰ ਹੋ ਗਈ ਮਤਲਬ ਭੱਜ ਗਈ। ਤਾਂ ਹੁਣ ਫੁਰ ਹੋ ਗਈ ਭੱਜ ਗਈ, ਤਾਂ ਇਹ ਹੋ ਜਾਏਗਾ ਤੁਹਾਡੇ ਕੋਲੇ ਐਨੀਥਿੰਗ ਟੈਂਡਿੰਗ ਟੂ ਮੂਵ ਅਵੇ ਫਰੋਮ ਸੈਂਟਰ। ਤਾਂ ਸੈਂਟਰ ਤੋਂ ਦੂਰ ਜਾ ਰਹੀ ਹੈ ਸੈਂਟਰੀਫਿਊਗਲ, ਫਿਗਲ ਮਤਲਬ ਫੁਰ ਹੋ ਰਹੀ ਹੈ, ਭੱਜ ਰਹੀ ਹੈ। ਅੱਗੇ ਤੁਹਾਡੇ ਕੋਲੇ ਸੇਮ ਹੀ ਇੱਕ ਵਰਡ ਹੋ ਸਕਦਾ ਹੈ ਕਿ ਐਨੀਥਿੰਗ ਟੈਂਡਿੰਗ ਟੂ ਕਹਿ ਲਓ ਟੂਵਾਰਡਸ ਦਾ ਸੈਂਟਰ। ਟੂਵਾਰਡਸ ਦਾ ਸੈਂਟਰ ਆਪਣੇ ਕੋਲੇ ਜੇ ਯੂਜ਼ ਕੀਤਾ ਜਾਵੇ, ਟੈਂਡਿੰਗ ਟੂਵਾਰਡਸ ਦਾ ਸੈਂਟਰ ਹੋਵੇ, ਤਾਂ ਤੁਸੀਂ ਕੀ ਯੂਜ਼ ਕਰੋ, ਜਿਵੇਂ ਇਹ ਸੈਂਟਰ ਹੈ, ਫਿਰ ਇਹੋ ਜਿਹੀਆਂ ਵੀ ਚੀਜ਼ਾਂ ਹੁੰਦੀਆਂ ਨਾ ਜਿਹੜੀਆਂ ਸੈਂਟਰ ਵੱਲ ਅਟਰੈਕਟ ਹੁੰਦੀਆਂ, ਜਿਵੇਂ ਆਪੇ ਕਹਿ ਲਓ ਅਰਥ ਦੇ ਸੈਂਟਰ ਵੱਲ ਜਿਹੜੀਆਂ ਚੀਜ਼ਾਂ ਅਟਰੈਕਟ ਹੁੰਦੀਆਂ, ਗੁਰੂਤਾਕਰਸ਼ਣ ਵੱਲ ਤੁਸੀਂ ਸਾਰਿਆਂ ਨੇ ਗ੍ਰੈਵੀਟੇਸ਼ਨਲ ਫੋਰਸ ਬਾਰੇ ਸੁਣਿਆ ਹੋਣਾ, ਤਾਂ ਉਹ ਕੀ ਹੈ ਤੁਹਾਡੇ ਕੋਲੇ ਸੈਂਟਰ ਵੱਲ ਨੂੰ ਆਪਾਂ ਨੂੰ ਕੀ ਕਰਦੀ ਹੈ, ਅਟਰੈਕਟ ਕਰਦੀ ਹੈ। ਸੋ ਇੱਥੇ ਤੁਹਾਡੇ ਕੋਲੇ ਕੀ ਆ ਜਾਏਗਾ ਵਰਡ ਸੈਂਟਰੀਪੀਟਲ, ਸੈਂਟਰੀ ਪਿਟਲ। ਤਾਂ ਸੈਂਟਰੀਪੀਟਲ ਐਂਡ ਸੈਂਟਰੀਫਿਊਗਲ ਤੁਹਾਡੇ ਕੋਲੇ ਦੋ ਵਰਡ ਨੇ। ਸੈਂਟਰੀਪੀਟਲ ਯੂਜ਼ ਕੀਤਾ ਜਾਂਦਾ ਜੇ ਤੁਹਾਡੇ ਕੋਲੇ ਕੋਈ ਚੀਜ਼ ਸੈਂਟਰ ਵੱਲ ਨੂੰ ਜਾ ਰਹੀ ਹੈ, ਤੇ ਸੈਂਟਰੀਫਿਊਗਲ ਯੂਜ਼ ਕੀਤਾ ਜਾਂਦਾ ਜੇ ਸੈਂਟਰ ਤੋਂ ਦੂਰ ਜਾ ਰਹੀ ਹੈ। ਸੈਂਟਰ ਦੇ ਨੇੜੇ ਜਾ ਰਹੀ ਹੈ ਸੈਂਟਰੀਪੀਟਲ, ਸੈਂਟਰ ਤੋਂ ਦੂਰ ਜਾ ਰਹੀ ਹੈ ਤਾਂ ਸੈਂਟਰੀਫਿਊਗਲ। ਪੀ ਤੋਂ ਤੁਸੀਂ ਯਾਦ ਕਰ ਲੈਣਾ, ਪੀ ਮੀਨਸ ਪਾਸ, ਪਾਸ ਜਾ ਰਹੀ ਹੈ ਮਤਲਬ ਨੇੜੇ ਜਾ ਰਹੀ ਹੈ, ਤਾਂ ਤੁਹਾਡੇ ਕੋਲੇ ਆ ਜਾਏਗਾ ਸੈਂਟਰੀਪੀਟਲ। ਐਂਡ ਜੇ ਆਪਣੇ ਕੋਲੇ ਦੂਰ ਜਾ ਰਹੀ ਹੈ ਤਾਂ ਫਾਰ ਤੁਸੀਂ ਯਾਦ ਕਰ ਸਕਦੇ ਹੋ, ਐਫ ਮੀਨਸ ਹੁੰਦਾ ਫਾਰ, ਤਾਂ ਫਾਰ ਹੁੰਦਾ ਹੈਗਾ ਦੂਰ, ਦੂਰ ਜਾ ਰਹੀ ਹੈ, ਇਟ ਮੀਨਸ ਤੁਹਾਡੇ ਕੋਲੇ ਆ ਜਾਏਗਾ ਜੀ ਸੈਂਟਰੀਫਿਊਗਲ। ਆਈ ਹੋਪ ਤੁਹਾਨੂੰ ਦੋਨੋਂ ਵਰਡ ਕਲੀਅਰ ਹੋਣਗੇ, ਸੈਂਟਰੀਪੀਟਲ ਐਂਡ ਸੈਂਟਰੀਫਿਊਗਲ। ਬਾਕੀ ਜੋ ਸਟੂਡੈਂਟਸ ਸਾਇੰਸ ਦੇ ਸਟੂਡੈਂਟ ਹੋਣਗੇ ਉਹਨਾਂ ਨੂੰ ਤਾਂ ਇਹਨਾਂ ਦਾ ਪਤਾ ਹੀ ਹੈ, ਸੈਂਟਰੀਫਿਊਗਲ ਫੋਰਸਸ ਹੁੰਦੀਆਂ ਜਿਹੜੀਆਂ ਕਿ ਆਪਾਂ ਨੂੰ ਕਹਿ ਲਓ ਸੈਂਟਰ ਦੇ ਦੂਰ ਵੱਲ ਧੱਕਦੀਆਂ, ਤੇ ਸੈਂਟਰੀਪੀਟਲ ਫੋਰਸਸ ਹੁੰਦੀਆਂ ਜਿਹੜੀਆਂ ਕਿ ਸੈਂਟਰ ਵੱਲ ਅਟਰੈਕਟ ਕਰਾਉਂਦੀਆਂ। ਅੱਗੇ ਜੀ ਤੁਹਾਡੇ ਕੋਲੇ ਫਰੇਜ਼ that is a routine task especially a household one। ਤਾਂ ਇਹੋ ਜਿਹਾ ਕੰਮ ਜਿਹੜਾ ਕਿ ਤੁਸੀਂ ਘਰ ਦਾ ਕਰਦੇ ਹੋ, ਘਰ ਵਿੱਚ ਕੀਤੇ ਜਾਣ ਵਾਲੇ ਕੰਮਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਉਹਨਾਂ ਵਾਸਤੇ ਯੂਜ਼ ਕੀਤਾ ਜਾਂਦਾ ਵਰਡ ਚੋਰ। ਤਾਂ ਚੋਰ ਵਰਡ ਹੈ ਜਿਹੜਾ ਤੁਹਾਡੇ ਕੋਲ ਯੂਜ਼ ਕੀਤਾ ਜਾਂਦਾ ਹੈ ਫॉर ਰੂਟੀਨ ਟਾਸਕ ਔਰ ਸਪੈਸ਼ਲੀ ਅ ਹਾਊਸਹੋਲਡ ਵਨ। ਤਾਂ ਘਰ ਦੇ ਕੰਮਾਂ ਵਾਸਤੇ ਆਪਾਂ ਜਿਹੜਾ ਵਰਡ ਯੂਜ਼ ਕਰਦੇ ਹਾਂ ਜੀ ਉਹ ਹੁੰਦਾ ਆਪਣੇ ਕੋਲੇ, ਬੇਸਿਕਲੀ ਆਪਾਂ ਹੋਮਵਰਕ ਕਹਿ ਦਿੰਦੇ ਹਾਂ, ਹਾਊਸ ਵਰਕ ਕਹਿ ਦਿੰਦੇ ਹਾਂ, ਤਾਂ ਉਹਦੇ ਵਾਸਤੇ ਤੁਸੀਂ ਵਰਡ ਯਾਦ ਰੱਖਣਾ ਜੀ ਚੋਰ ਵਰਡ ਹੈ ਜਿਹੜਾ ਆਪਾਂ ਯੂਜ਼ ਕਰਦੇ ਹਾਂ। ਹਾਊਸ ਚੋਰ ਵੀ ਕਹਿ ਦਿੱਤਾ ਜਾਂਦਾ ਹੈ, ਸੋ ਚੋਰ ਵਰਡ ਹੈ ਜਿਹੜਾ ਤੁਸੀਂ ਯਾਦ ਰੱਖਣਾ ਹੈ। ਬਾਕੀ ਚੀਜ਼ ਜਿਹੜਾ ਇਹਨੂੰ ਯਾਦ ਕਰਨ ਦਾ ਤਰੀਕਾ ਤੁਹਾਨੂੰ ਕਿਵੇਂ ਦੱਸਿਆ ਜਾਵੇ, ਹੁਣ ਦੇਖੋ ਹਰ ਇੱਕ ਨੂੰ ਐਵੇਂ ਜੋ ਹੁੰਦਾ ਵੀ ਮੈਨੂੰ ਘਰ ਦਾ ਕੰਮ ਨਾ ਕਰਨਾ ਪਵੇ, ਉਹ ਕੀ ਕਰਦੇ ਹੁੰਦੇ ਚੋਰੀ ਚੋਰੀ ਜੇ ਲੁਕ ਲੁਕ ਕੇ ਜੇ ਭੱਜ ਜਾਂਦੇ ਆ। ਤਾਂ ਹੁਣ ਚੋਰੀ ਚੋਰੀ ਭੱਜਣਾ ਮਤਲਬ ਕਿ ਚੋਰ ਹੈ ਜਿਹੜਾ ਵਰਡ ਤੁਹਾਡੇ ਕੋਲ ਇੱਥੇ ਤੁਸੀਂ ਯਾਦ ਕਰ ਸਕਦੇ ਹੋ। ਹਾਂਜੀ।
ਹਾਂਜੀ, ਤਾਂ ਅੱਜ ਦੀ ਕਲਾਸ ਦੇ ਵਿੱਚ ਆਪਾਂ 6 ਫਰੇਜ਼ਸ ਡਿਸਕਸ ਕੀਤੀਆਂ। ਵਨ ਵਰਡ ਸਬਸਟੀਟਿਊਸ਼ਨ ਦੇ 6 ਵਰਡ ਆ ਜਿਹੜੇ ਆਪਾਂ ਦੇਖੇ ਆ। ਇੱਕ ਵਾਰ ਇਹਨਾਂ ਦੀ ਕੁਇਕ ਰਿਵੀਜ਼ਨ ਲੈਣੇ ਆ, ਦੈਨ ਆਪਾਂ ਜਿਹੜਾ ਆਪਣਾ ਇਡੀਅਮ ਫਰੇਜ਼ਸ ਦਾ ਪੋਰਸ਼ਨ ਕਰਾਂਗੇ। ਦੇਖੋ ਜੀ, the first ਜਿਹੜਾ ਆਪਾਂ ਡਿਸਕਸ ਕੀਤਾ ਸੀ ਆਪਣੀ phrase that is a person who enters illegally in order to steal। I have the person ਜਿਹੜਾ ਕਿ illegally enter ਕਰਦਾ ਹੈ, ਗੈਰ ਕਾਨੂੰਨੀ ਤਰੀਕੇ ਨਾਲ ਕਿਸੇ ਬਿਲਡਿੰਗ ਦੇ ਵਿੱਚ, ਕਿਸੇ ਇੰਸਟੀਟਿਊਸ਼ਨ ਦੇ ਵਿੱਚ ਐਂਟਰ ਕਰ ਰਿਹਾ ਹੈ ਕਾਰੇ ਵਾਸਤੇ, ਤੁਹਾਡੇ ਕੋਲ ਚੋਰੀ ਕਰਨ ਵਾਸਤੇ, ਤਾਂ ਉਹਨੂੰ ਕਹੋਗੇ ਤੁਸੀਂ ਬਰਗਲਰ। ਬਰਗਲਰ ਵਰਡ ਯੂਜ਼ ਕੀਤਾ ਜਾਂਦਾ। ਸੇਮ ਹੀ ਤੁਹਾਨੂੰ ਦੱਸਿਆ ਰੋਬਰ ਵਰਡ ਵੀ ਹੋ ਸਕਦਾ ਤੇ ਪ੍ਰੋਲਰ ਵਰਡ ਵੀ ਹੁੰਦਾ। ਹੁਣ ਜਿਹੜਾ ਵੀ ਤੁਹਾਡੇ ਕੋਲ ਆਪਸ਼ਨ ਹੋਏ ਤੁਸੀਂ ਉਸੇ ਨੂੰ ਹੀ ਟੇਕਾ ਜਿਹੜਾ ਕਰ ਸਕਦੇ ਹੋ। ਅੱਗੇ ਜੀ ਤੁਹਾਡੇ ਕੋਲ phrase that is second number phrase, a substance that speeds up chemical reaction without being consumed by the reaction itself। ਤਾਂ ਕੋਈ ਸਬਸਟੈਂਸ ਜਿਹੜਾ ਕਿ ਕੈਮੀਕਲ ਰਿਐਕਸ਼ਨ ਨੂੰ ਸਪੀਡ ਅਪ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ, ਬਟ ਕੈਮੀਕਲ ਰਿਐਕਸ਼ਨ ਹੈ ਜਿਹੜੀ ਉਹਨੂੰ ਆਪ ਯੂਜ਼ ਨਹੀਂ ਕਰਦੀ, ਕੰਜ਼ਿਊਮ ਹੈ ਜਿਹੜਾ ਉਹਨੂੰ ਨਹੀਂ ਕੀਤਾ ਜਾਂਦਾ, ਸੋ ਉਹਦੇ ਵਾਸਤੇ ਕੀਤਾ ਜਾਂਦਾ ਯੂਜ਼ ਵਰਡ ਕੈਟਾਲਿਸਟ। ਸੋ ਕੈਟਾਲਿਸਟ ਵਰਡ ਹੈ ਜਿਹੜਾ ਤੁਸੀਂ ਧਿਆਨ ਚ ਰੱਖਣਾ ਹੈ। ਨੈਕਸਟ ਹੈ ਜੀ ਆਪਣੇ ਕੋਲ phrase that is soldiers who fight on horseback is called cavalry and the soldiers who fight on foot is called infantry। ਤਾਂ cavalry ਤੇ infantry ਦੋ ਵਰਡ ਨੇ ਤੁਹਾਡੇ ਕੋਲ, ਦੋਨਾਂ ਨੂੰ ਧਿਆਨ ਚ ਰੱਖਣਾ ਹੈ। ਇਹਨਾਂ ਦੇ ਵਿੱਚ ਡਿਫਰੈਂਸ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਨੈਕਸਟ ਫਰੇਜ਼ ਹੈ ਜੀ ਆਪਣੀ 4 ਨੰਬਰ ਫਰੇਜ਼ that is a time when enemies agree to stop fighting। ਤਾਂ ਜਦੋਂ ਆਪਣੇ ਕੋਲੇ ਐਨੀਮੀਜ਼ ਹੈ ਜਿਹੜੇ ਫਾਈਟਿੰਗ ਨੂੰ ਸਟਾਪ ਕਰਨ ਦੇ ਲਈ ਮੰਨ ਜਾਂਦੇ ਆ, ਉਹਨਾਂ ਨਾਲ ਸਹਿਮਤੀ ਹੋ ਜਾਂਦੀ ਹੈ, ਤਾਂ ਉਸ ਨੂੰ ਕੀ ਕਿਹਾ ਜਾਂਦਾ ਜੀ? ਉਹਨੂੰ ਕਿਹਾ ਜਾਂਦਾ ਸੀਜ਼ ਫਾਇਰ। ਸੀਜ਼ ਫਾਇਰ। ਨੈਕਸਟ ਹੈ ਜੀ ਆਪਣੇ ਕੋਲ phrase that is anything tending to move away from center। move away ਦੀ ਗੱਲ ਹੋ ਰਹੀ ਹੈ ਤਾਂ centrifugal, F means far, far ਮਤਲਬ ਦੂਰ, ਤਾਂ ਅੱਗੇ ਆ ਜਾਏਗਾ ਤੁਹਾਡੇ ਕੋਲ centrifugal। so anything tending towards ਆਪਣੇ ਕੋਲੇ ਜੇ center ਹੋਵੇ, anything tending towards center, ਤਾਂ ਆਪਣੇ ਕੋਲੇ word ਆ ਜਾਏਗਾ ਜੀ centripetal, P means petal, P ਤੋਂ ਹੀ ਆਪਣੇ ਕੋਲੇ pass ਮਤਲਬ center ਦੇ ਕੋਲ ਜਾ ਰਹੀ ਹੈ, so petal pass। ਹਾਂਜੀ, ਤਾਂ ਆਈ ਹੋਪ ਤੁਹਾਨੂੰ ਦੋਨੋਂ ਕਲੀਅਰ ਹੋਣਗੇ, centripetal and centrifugal। ਨੈਕਸਟ ਫਰੇਜ਼ ਆਪਣੇ ਕੋਲੇ 6 ਨੰਬਰ ਫਰੇਜ਼ that is a routine task especially a household one। ਤਾਂ ਘਰ ਦੇ ਕੰਮ ਨੂੰ ਆਪਾਂ ਕੀ ਕਹਿ ਦਿੰਦੇ ਆ? ਤਾਂ ਉਹਦੇ ਵਾਸਤੇ ਆਪਣੇ ਕੋਲ ਯੂਜ਼ ਕੀਤਾ ਜਾਂਦਾ ਵਰਡ ਚੋਰ। ਤਾਂ ਹੁਣ ਘਰ ਦੇ ਕੰਮਾਂ ਤੋਂ ਆਪਾਂ ਕੀ ਕਰ ਦਿੰਦੇ ਆ? ਚੋਰੀ ਚੋਰੀ ਭੱਜ ਜਾਂਦੇ ਆ। ਸੋ ਚੋਰ ਵਰਡ ਤੁਸੀਂ ਇੱਥੋਂ ਵੀ ਜਾਣਦਾ ਜਿਹੜਾ ਕਰ ਸਕਦੇ ਹੋ। ਇਹ ਸੀ ਜੀ ਤੁਹਾਡੇ 6 ਵਨ ਵਰਡ ਸਬਸਟੀਟਿਊਸ਼ਨ। ਆਈ ਹੋਪ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਕਿਹੜੇ ਕਿਹੜੇ ਵਰਡ ਸੀ? ਬਰਗਲਰ, ਕਿਹੜੇ ਕੌਣ ਹੁੰਦਾ ਬਰਗਲਰ? ਜਿਹੜਾ ਕਿ ਇਲੀਗਲੀ ਐਂਟਰ ਕਰੇਗਾ। ਸੈਕਿੰਡ ਤੁਹਾਡੇ ਕੋਲ ਕੈਟਾਲਿਸਟ ਸੀ। ਕੈਟਾਲਿਸਟ ਕੀ ਹੁੰਦਾ ਹੈ? ਸਪੀਡ ਅਪ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ ਕੈਮੀਕਲ ਰਿਐਕਸ਼ਨ ਦੇ ਵਿੱਚ, ਬਟ ਕੈਮੀਕਲ ਰਿਐਕਸ਼ਨ ਉਹਨੂੰ ਕੰਜ਼ਿਊਮ ਹੈ ਜਿਹੜਾ ਨਹੀਂ ਕਰਦੀ। ਥਰਡ ਤੇ ਆਪਣੇ ਕੋਲ ਕੈਵਲਰੀ ਐਂਡ ਇਨਫੈਂਟਰੀ ਆਪਾਂ ਡਿਸਕਸ ਕੀਤਾ। ਦੈਨ ਸੀਜ਼ ਫਾਇਰ ਆਪਾਂ ਦੇਖਿਆ, ਐਂਡ ਦੈਨ ਆਪਾਂ ਜਿਹੜਾ ਦੇਖਿਆ ਸੈਂਟਰੀਫਿਟਲ ਐਂਡ ਸੈਂਟਰੀਫਿਊਗਲ, ਤੇ ਐਂਡ ਲਾਸਟ ਵਰਡ ਸੀ ਆਪਣਾ ਚੋਰ। ਆਈ ਹੋਪ ਤੁਹਾਨੂੰ ਕਲੀਅਰ ਹੋਣਗੇ। ਹਾਂਜੀ, ਤਾਂ ਨੈਕਸਟ ਦੇਖਦੇ ਹਾਂ ਆਪਾਂ ਈਡੀਅਮ ਐਂਡ ਫਰੇਜ਼ਸ। ਈਡੀਅਮ ਫਰੇਜ਼ਸ ਆਪਣੇ ਮੁਹਾਵਰੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ ਮੁਹਾਵਰੇ ਹੋ ਗਏ, ਜਾਂ ਫਿਰ ਅਖਾਣਾ ਜਿਹੜਾ ਹੈਗਾ ਆਪਾਂ ਕਹਿ ਦਿੰਦੇ ਹਾਂ। ਹਾਂਜੀ, ਤਾਂ ਹੁਣ ਆਪਾਂ ਡਿਸਕਸ ਕਰਾਂਗੇ ਮੁਹਾਵਰੇ ਅਖਾਣ। ਦੇਖੋ ਫਰਸਟ ਫਰੇਜ਼ ਆਪਣੇ ਕੋਲੇ ਟੂ ਹੈਵ ਅ ਗਟ ਫੀਲਿੰਗ। ਆਪਾਂ ਨਹੀਂ ਕਹਿੰਦੇ ਹੁੰਦੇ ਬੇਸਿਕਲੀ ਜੇ ਤੁਸੀਂ ਕੋਈ ਸੀਰੀਅਲ ਵਗੈਰਾ ਜਾਂ ਕੋਈ ਮੂਵੀ ਵਗੈਰਾ ਦੇਖੀ ਹੋਵੇ, ਉੱਥੇ ਕਾਫੀ ਵਾਰ ਜਿਹੜੇ ਵਰਡ ਯੂਜ਼ ਕੀਤਾ ਜਾਂਦਾ, ਮੈਨੂੰ ਤੇਰੀ ਗਟ ਫੀਲਿੰਗ ਹੋ ਰਹੀ ਹੈ, ਮਤਲਬ ਕਿ ਕੋਈ ਨਾ ਕੋਈ ਕਹਿ ਲਓ ਸਟਰੋਂਗ ਫੀਲਿੰਗ ਕਿਸੇ ਚੀਜ਼ ਨੂੰ ਲੈ ਕੇ ਆ ਰਹੀ ਹੈ, ਬੇਕਮ ਹੋਣ ਵਾਲੇ। ਤਾਂ ਆਪਾਂ ਨੂੰ ਕਹਿੰਦੇ ਕਿ ਮੈਨੂੰ ਤਾਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਉਹ ਵਾਲੀ ਚੀਜ਼। ਸੋ ਟੂ ਹੈਵ ਅ ਗਟ ਫੀਲਿੰਗ ਦਾ ਮੀਨਿੰਗ ਹੁੰਦਾ ਸਟਰੋਂਗ ਫੀਲਿੰਗ, ਤੁਸੀਂ ਕਹਿ ਸਕਦੇ ਹੋ ਇਨਸਟਿੰਕਟ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਫੀਲਿੰਗ। ਇੰਸਟਿੰਕਟ ਦਾ ਮੀਨਿੰਗ ਹੁੰਦਾ ਜੀ ਤੁਹਾਡੇ ਕੋਲੇ ਫੀਲਿੰਗ। ਸੋ ਸਟਰੋਂਗ ਫੀਲਿੰਗ ਤੁਸੀਂ ਕਹਿ ਸਕਦੇ ਹੋ, ਮੀਨਿੰਗ ਹੈ ਤੁਹਾਡੇ ਕੋਲੇ ਟੂ ਹੈਵ ਅ ਗਟ ਫੀਲਿੰਗ ਦਾ। ਇੰਸਟਿੰਕਟ ਵਰਡ ਦਾ ਮੀਨਿੰਗ ਤੁਹਾਡੇ ਕੋਲੇ ਫੀਲਿੰਗ ਹੁੰਦਾ ਹੈ। ਹਾਂਜੀ, ਨੈਕਸਟ ਹੈ ਤੁਹਾਡੇ ਕੋਲੇ ਸੈਕੰਡ ਨੰਬਰ ਫਰੇਜ਼ that is to die in harness। to die in harness, ਤਾਂ ਇਹ ਇਸ ਇਡੀਅਮ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ। ਇਹਦਾ ਮਤਲਬ ਹੁੰਦਾ ਕਾਰਜਕਾਲ ਦੇ ਦੌਰਾਨ ਜਦੋਂ ਕਿਸੇ ਪਰਸਨ ਦੀ ਡੈਥ ਹੋ ਜਾਂਦੀ ਹੈ, ਤਾਂ ਉੱਥੇ ਆਪਾਂ ਇਹ ਫਰੇਜ਼ ਯੂਜ਼ ਕਰਦੇ ਹਾਂ ਟੂ die in harness। ਫॉर ਐਗਜ਼ਾਮਪਲ ਆਪਣੇ ਬਹੁਤ ਸਾਰੇ ਪ੍ਰੈਜ਼ੀਡੈਂਟ ਨੇ ਜਿਹੜੇ ਕਿ ਕਹਿ ਲਓ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਦੀ ਡੈਥ ਹੋਈ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਪਰਸਨ ਹੁੰਦੇ ਜਿਹੜੇ ਆਪਣਾ ਕੰਮ ਦੇ ਦੌਰਾਨ ਉਹਨਾਂ ਦੀ ਕਹਿ ਲਓ ਚੱਲ ਰਹੀ ਹੁੰਦੀ ਹੈ ਸਰਵਿਸ, ਤੇ ਸਰਵਿਸ ਦੌਰਾਨ ਜਿਹੜਾ ਉਹਨਾਂ ਦਾ ਕੋਈ ਐਕਸੀਡੈਂਟ ਹੋ ਗਿਆ ਜਾਂ ਅਨਫੋਰਚੂਨੇਟਲੀ ਉਹਨਾਂ ਦੀ ਡੈਥ ਹੋ ਜਾਂਦੀ ਹੈ, ਹਾਰਟ ਅਟੈਕ ਹੋ ਗਿਆ ਜਾਂ ਕਿਸੇ ਵੀ ਤਰੀਕੇ ਨਾਲ ਜਿਹੜਾ ਉਹਨਾਂ ਦੀ ਡੈਥ ਹੋ ਜਾਂਦੀ ਹੈ, ਬਟ ਉਹ ਦੂਸਰੇ ਪਾਸੇ ਉਹਨਾਂ ਦੀ ਸਰਵਿਸ ਹੈ ਜਿਹੜੀ ਉਹ ਚੱਲ ਰਹੀ ਹੁੰਦੀ ਹੈ, ਤਾਂ ਉੱਥੇ ਤੁਹਾਡੇ ਕੋਲੇ ਜਿਹੜਾ ਯੂਜ਼ ਕੀਤਾ ਜਾਂਦਾ ਫਰੇਜ਼ ਹੈ ਜੀ ਉਹਨਾਂ ਨੂੰ ਕਿਹਾ ਜਾਂਦਾ ਟੂ ਡਾਈ ਇਨ ਹਾਰਨੈਸ। ਮਤਲਬ ਕਾਰਜਕਾਲ ਦੇ ਦੌਰਾਨ ਤੁਹਾਡੀ ਡੈਥ ਹੋ ਰਹੀ ਹੈ। ਸੋ ਟੂ ਕੰਟੀਨਿਊ ਆਕੂਪੇਸ਼ਨ, ਆਪਣਾ ਆਕੂਪੇਸ਼ਨ ਦੇ ਦੌਰਾਨ, ਬੇਸਿਕਲੀ ਇਹਦਾ ਮੀਨਿੰਗ ਤੁਹਾਡੇ ਕੋਲ ਇੱਥੇ ਕਲੀਅਰ ਨਹੀਂ ਲਿਖਿਆ ਹੋਇਆ, ਇਹਦਾ ਮੀਨਿੰਗ ਹੁੰਦਾ ਆਕੂਪੇਸ਼ਨ ਦੇ ਦੌਰਾਨ, ਤੁਹਾਡੇ ਕੋਲੇ ਕੰਮ ਦੇ ਦੌਰਾਨ ਕਿਸੇ ਪਰਸਨ ਦੀ ਡੈਥ ਹੋ ਜਾਣਾ। ਹਾਂਜੀ, ਆਈ ਹੋਪ ਤੁਹਾਨੂੰ ਦੋਨੋਂ ਮੀਨਿੰਗ ਕਲੀਅਰ ਹੋ ਗਏ ਹੋਣਗੇ। ਨੈਕਸਟ ਆਪਣੇ ਕੋਲ ਫਰੇਜ਼ ਹੋਏਗਾ ਜੀ ਥਰਡ ਨੰਬਰ ਫਰੇਜ਼ that is to feel at home। ਆਪਾਂ ਨਹੀਂ ਕਹਿੰਦੇ ਹੁੰਦੇ ਵੀ ਤੁਹਾਡਾ ਹੀ ਘਰ ਹੈ ਹਨਾ, ਆਪਣੇ ਇੱਥੇ ਰਹੋ ਤੁਹਾਡਾ ਹੀ ਘਰ ਹੈ, ਤਾਂ ਆਪਣੇ ਤੁਹਾਡਾ ਹੀ ਘਰ ਹੈ ਆਪਾਂ ਕਿਉਂ ਕਹਿੰਦੇ ਹੁੰਦੇ ਆ ਵੀ ਅਗਲਾ ਜਿਹੜਾ ਹੈਗਾ ਜਿਹੜਾ ਪਰਸਨ ਨੂੰ ਆਪਾਂ ਕਹਿ ਰਹੇ ਹਾਂ ਉਹ ਕਿਵੇਂ ਫੀਲ ਕਰੇ, ਵਧੀਆ ਕੰਫਰਟੇਬਲ ਫੀਲ ਕਰੇ, ਤੁਹਾਡੇ ਨਾਲ ਈਜ਼ੀਲੀ ਜਿਹੜਾ ਉਹ ਬਿਹੇਵ ਕਰੇ, ਤਾਂ ਉਹਨੂੰ ਕੋਈ ਵੀ ਕਹਿ ਲਓ ਅਨਕੰਫਰਟੇਬਲ ਜਾਂ ਜਿਹੜਾ ਫੀਲ ਨਾ ਹੋਵੇ। ਸੋ ਉੱਥੇ ਤੁਸੀਂ ਕਹਿੰਦੇ ਵੀ ਤੁਹਾਡਾ ਹੀ ਘਰ ਹੈ ਕਿਵੇਂ ਮਰਜ਼ੀ ਕਰੋ, ਤਾਂ ਨਾ ਆਪਾਂ ਉਹੀ ਸੇਮ ਚੀਜ਼ ਹੈ ਜਿਹੜਾ ਇੱਥੇ ਫਰੇਜ਼ ਦਾ ਮੀਨਿੰਗ ਦੇਖ ਲਾਂਗੇ ਜੀ। ਟੂ ਫੀਲ ਐਟ ਹੋਮ ਦਾ ਮੀਨਿੰਗ ਹੁੰਦਾ ਟੂ ਫੀਲ ਈਜ਼ੀ ਐਂਡ ਕੰਫਰਟੇਬਲ, ਮਤਲਬ ਤੁਹਾਡਾ ਕਹਿ ਲਓ ਕੰਫਰਟੇਬਲ ਜਾਂ ਫੀਲ ਕਰਨਾ, ਵਧੀਆ ਮਹਿਸੂਸ ਕਰਨਾ। ਅੱਗੇ ਤੁਹਾਡੇ ਕੋਲ ਫਰੇਜ਼ that is to get away with। away ਦਾ ਮਤਲਬ ਹੁੰਦਾ ਦੂਰ ਜਾਣਾ। ਸੋ get away ਦਾ ਮਤਲਬ ਹੁੰਦਾ ਕਿਸੇ ਚੀਜ਼ ਤੋਂ ਦੂਰ ਜਾਣਾ, ਕਿਸੇ ਚੀਜ਼ ਤੋਂ ਦੂਰ ਜਾ ਰਹੇ ਹੋ ਮਤਲਬ ਕਿਸੇ ਚੀਜ਼ ਤੋਂ ਭੱਜ ਰਹੇ ਹੋ ਤੁਸੀਂ। to escape from something, ਕਿਸੇ ਚੀਜ਼ ਤੋਂ ਛੁਪਣਾ। ਸੋ to escape from something or to get away with ਦਾ ਮੀਨਿੰਗ ਕੀ ਹੋ ਜਾਏਗਾ ਤੁਹਾਡੇ ਕੋਲ ਕਿਸੇ ਚੀਜ਼ ਤੋਂ ਦੂਰ ਜਾਣਾ ਜਾਂ ਕਿਸੇ ਚੀਜ਼ ਤੋਂ ਲੁਕਣਾ। ਹਾਂਜੀ, ਆਈ ਹੋਪ ਤੁਹਾਨੂੰ ਕਲੀਅਰ ਹੋਏਗਾ।
नेक्स्ट अपने को है जी 5 नंबर फेज दैट इज टू गो रेड इन द फेस टू गो रेड इन द फेस तो बेसिकली ये देखे ही होना भी अपन कहते हैं मूंह ਜਿਹੜਾ ਲਾਲ ਹੋ ਜਾਂਦਾ ਜਦੋਂ ਕੋਈ ਪਰਸਨ ਨੂੰ ਸ਼ਰਮ ਵਗੈਰਾ ਮਹਿਸੂਸ ਹੁੰਦੀ ਹੈ ਸ਼ਰਮਿੰਦਗੀ ਜੀ ਮਹਿਸੂਸ ਹੁੰਦੀ ਹੈ ਸੋ ਆਪਾਂ ਜਿਹੜਾ ਹੈਗਾ ਇੱਥੇ ਮੀਨਿੰਗ ਇੱਥੇ ਹੀ ਧਿਆਨ ਵਿੱਚ ਰੱਖਾਂਗੇ ਟੂ ਗੋ ਰੈਡ ਇਨ ਦਾ ਫੇਸ ਚਿਹਰਾ ਲਾਲ ਕਦੋਂ ਹੋ ਜਾਂਦਾ ਹੈ ਜਦੋਂ ਕਿਸੇ ਪਰਸਨ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਬੇਇੱਜ਼ਤੀ ਜੀ ਮਹਿਸੂਸ ਹੁੰਦੀ ਹੈ ਸੋ ਟੂ ਫੀਲ ਐम्बैरेस्ड ਸ਼ਰਮਿੰਦਾ ਮਹਿਸੂਸ ਕਰਨਾ ਟੂ ਫੀਲ ਐम्बैरेस्ड ਟੂ ਗੋ ਰੈਡ ਇਨ ਦਾ ਫੇਸ ਆਈ ਹੋਪ ਕਲੀਅਰ ਹੋਏਗਾ ਬਾਕੀ ਹੁਣ ਇਹ ਫਰੇਜ਼ਸ ਦੇ ਮੀਨਿੰਗ ਤੁਹਾਨੂੰ ਬਿਲਕੁਲ ਐਵੇਂ ਹੀ ਜਿਵੇਂ ਫਰੇਜ਼ ਹੈ ਫਰੇਜ਼ ਨੂੰ ਤੁਸੀਂ ਸਿੰਪਲ ਹੈ ਜਿਹੜਾ ਆਪਣਾ ਪੰਜਾਬੀ ਨਾਲ ਟ੍ਰਾਂਸਲੇਟ ਕਰਕੇ ਦੇਖ ਸਕਦੇ ਹੋ ਪੰਜਾਬੀ ਦੇ ਵਾਂਗ ਹੀ ਤੁਹਾਡੇ ਮੀਨਿੰਗ ਹੈ ਜਿਹੜੇ ਇਹਨਾਂ ਦੇ ਨਿਕਲ ਰਹੇ ਆ ਸੋ ਕਈ ਵਾਰ ਤਾਂ ਇਹੀ ਹੁੰਦਾ ਕਿ ਈਡੀਅਮ ਦਾ ਮੀਨਿੰਗ ਤੁਹਾਨੂੰ ਫਰੇਜ਼ ਤੋਂ ਹੀ ਪਤਾ ਲੱਗ ਜਾਂਦਾ ਹੈ ਕਈ ਵਾਰ ਇਹ ਚੀਜ਼ ਹੁੰਦੀ ਹੈ ਕਿ ਹੁਣ ਦੇਖੋ ਰੈਡ ਇਨ ਦਾ ਫੇਸ ਹੁਣ ਆਪਾਂ ਨੂੰ ਪਤਾ ਹੈ ਕਿ ਇਹਦਾ ਮਤਲਬ ਕੀ ਹੁੰਦਾ ਜਦੋਂ ਬੰਦੇ ਦਾ ਚਿਹਰਾ ਲਾਲ ਆ ਜਾਂਦਾ ਮਤਲਬ ਉਹ ਸ਼ਰਮਿੰਦਾ ਜਾਂ ਮਹਿਸੂਸ ਕਰਦਾ ਹੈ ਬਟ ਕਈ ਵਾਰ ਕੀ ਹੁੰਦਾ ਤੁਹਾਡੇ ਕੋਲ ਜਦੋਂ ਚਾਰ ਆਪਸ਼ਨਸ ਹੋਣਗੀਆਂ ਉੱਥੇ ਤੁਹਾਡੇ ਕੋਲ ਦੋ ਤਿੰਨ ਆਪਸ਼ਨਸ ਨੇ ਹੁੰਦੀਆਂ ਜਿਹੜੀਆਂ ਊਟ ਪਟਾਂਗ ਚ ਹੀ ਹੁੰਦੀਆਂ ਮਤਲਬ ਤੁਹਾਨੂੰ ਸਿੰਪਲ ਇਗਨੋਰ ਹੀ ਕਰਨਾ ਹੁੰਦਾ ਤੇ ਤੁਹਾਡੇ ਕੋਲ ਮੀਨਿੰਗ ਹੈ ਜਿਹੜਾ ਤੁਹਾਨੂੰ ਕਲੀਅਰ ਹੋ ਜਾਂਦਾ ਹੈ ਹਾਂਜੀ ਤਾਂ ਇਹ ਸੀ ਤੁਹਾਡੀ 5 ਨੰਬਰ ਫਰੇਜ਼ 6 ਨੰਬਰ ਫਰੇਜ਼ ਕੀ ਆਪਣੇ ਕੋਲ ਟੂ ਈਟ ਵਨਸ ਓਨ ਗੋਡ ਟੂ ਈਟ ਵਨਸ ਓਨ ਵਰਡਸ ਈਟ ਦਾ ਮਤਲਬ ਹੁੰਦਾ ਖਾਣਾ ਆਪਣੀ ਵਰਡਸ ਨੂੰ ਖਾਇਆ ਜਾ ਰਿਹਾ ਮਤਲਬ ਕੀ ਹੋਗਾ ਤੁਹਾਨੂੰ ਫੋਰਸ ਕੀਤਾ ਜਾ ਰਿਹਾ ਕਿ ਜੋ ਵੀ ਕੁਝ ਕਿਹਾ ਹੈ ਉਹ ਕੀ ਕਰੋ ਵਾਪਸ ਲੈ ਲਓ ਸੋ ਟੂ ਈਟ ਵਨਸ ਓਨ ਵਰਡਸ ਦਾ ਮਤਲਬ ਹੁੰਦਾ ਫੋਰਸਡ ਟੂ ਰੀਟਰੈਕਟ ਵਨਸ ਓਨ ਸਟੇਟਮੈਂਟ ਮਤਲਬ ਆਪਣੀ ਕਹੀ ਗੱਲ ਨੂੰ ਵਾਪਸ ਲੈਣ ਵਾਸਤੇ ਤੁਹਾਨੂੰ ਫੋਰਸ ਕੀਤਾ ਜਾ ਰਿਹਾ ਬਲ ਦਿੱਤਾ ਜਾ ਰਿਹਾ ਤੁਹਾਡੇ ਤੇ ਤਾਂ ਤੁਸੀਂ ਇਹ ਜਿਹੜਾ 6 ਨੰਬਰ ਫੇਜ਼ ਦੈਟ ਇਜ਼ ਟੂ ਈਟ ਵਨਸ ਓਨ ਵਰਡਸ ਦਾ ਜਿਹੜਾ ਕਰੋਗੇ ਆਈ ਹੋਪ ਤੁਹਾਨੂੰ ਕਲੀਅਰ ਹੋਏਗਾ ਬਾਕੀ ਆਪਾਂ ਇੱਕ ਵਾਰ ਲੈਣੇ ਇਹਨਾਂ ਦੀ ਕੁਇਕ ਰਿਵੀਜ਼ਨ ਤਾਂ ਜੋ ਤੁਹਾਨੂੰ ਇਹਨਾਂ ਦਾ ਦੁਬਾਰਾ ਮੀਨਿੰਗ ਹੈ ਜਿਹੜਾ ਉਹ ਪਤਾ ਲੱਗ ਜਾਏ ਤੇ ਤੁਸੀਂ ਇਹ ਜਿਹੜਾ ਨੂੰ ਧਿਆਨ ਦੇ ਵਿੱਚ ਰੱਖ ਸਕੋ ਹਾਂਜੀ ਤਾਂ ਫਰਸਟ ਸੀ ਜਿਹੜਾ ਆਪਾਂ ਇਡੀਅਮ ਫਰੇਜ਼ਸ ਦੇ ਵਿੱਚ ਡਿਸਕਸ ਕੀਤਾ ਫਰਸਟ ਫਰੇਜ਼ ਸੀ ਆਪਣੀ ਟੂ ਹੈਵ ਅ ਗਟ ਫੀਲਿੰਗ ਤਾਂ ਗਟ ਫੀਲਿੰਗ ਆਪਾਂ ਕਹਿੰਦੇ ਨਾ ਗਟ ਫੀਲਿੰਗ ਆ ਰਹੀ ਹੈ ਗਟ ਬੇਸਿਕਲੀ ਯੂਜ਼ ਕੀਤਾ ਜਾਂਦਾ ਜਦੋਂ ਆਪਾਂ ਢਿੱਡ ਤੇ ਵਾਸਤੇ ਯੂਜ਼ ਕਰ ਲੈਂਦੇ ਆ ਸੋ ਗਟ ਫੀਲਿੰਗ ਦਾ ਮਤਲਬ ਹੁੰਦਾ ਸਟਰੋਂਗ ਫੀਲਿੰਗ ਆਉਣਾ ਅਗੇ ਟੂ ਡਾਈ ਇਨ ਹਾਰਨੈਸ ਦਾ ਮੀਨਿੰਗ ਹੁੰਦਾ ਕਾਰਜਕਾਲ ਦੇ ਦੌਰਾਨ ਡੈਥ ਹੋ ਜਾਣੀ ਨੈਕਸਟ ਹੈ ਜੀ ਤੁਹਾਡਾ ਟੂ ਫੀਲ ਐਟ ਹੋਮ ਮੀਨਿੰਗ ਹੁੰਦਾ ਕੰਫਰਟੇਬਲ ਫੀਲ ਕਰਨਾ ਈਜ਼ੀ ਫੀਲ ਕਰਨਾ ਨੈਕਸਟ ਹੈ ਜੀ ਟੂ ਗੈਟ ਅਵੇ ਵਿਦ ਮਤਲਬ ਕਿ ਹੁੰਦਾ ਕਿਸੇ ਚੀਜ਼ ਤੋਂ ਦੂਰ ਭੱਜਣਾ ਟੂ escape from something next phrase is to go red in the face meaning is to feel embarrassed ਸ਼ਰਮਿੰਦਾ ਮਹਿਸੂਸ ਕਰਨਾ 6 number phrase ਹੈ to eat one's own words to be forced to retract one's own statement ਆਪਣੇ ਜਿਹੜੇ ਕਹੇ ਸ਼ਬਦ ਨੇ ਉਹਨਾਂ ਨੂੰ ਵਾਪਸ ਲੈਣ ਦੇ ਲਈ ਤੁਹਾਨੂੰ ਮਜਬੂਰ ਕੀਤਾ ਜਾ ਰਿਹਾ ਤਾਂ ਤੁਸੀਂ 6 number phrase ਹੈ ਜਿਹੜੀ ਯੂਜ਼ ਕਰੋਗੇ ਆਈ ਹੋਪ ਤੁਹਾਨੂੰ 6 ਦੀਆਂ 6 phrases ਕਲੀਅਰ ਹੋਣਗੀਆਂ ਆਪਾਂ phrases ਕੀਤੀਆਂ to have a gut feeling to die in harness to feel at home to get away with to go red in the face and the last phrase that we have discussed is to eat one's own words ਤਾਂ ਅੱਗੇ ਆਪਾਂ ਡਿਸਕਸ ਕਰਨ ਜਾ ਰਹੇ ਹਾਂ that is ਆਪਣਾ next part ਹੈ synonym antonym ਸਮਾਨਾਰਥੀ ਤੇ ਵਿਰੋਧੀ ਸ਼ਬਦ ਜਿਨ੍ਹਾਂ ਵਾਸਤੇ ਆਪਾਂ ਯੂਜ਼ ਕਰ ਲੈਣੇ ਆ ਪੰਜਾਬੀ ਦੇ ਵਿੱਚ ਹਾਂਜੀ ਅਗੇਨ ਵਨ ਬਾਏ ਵਨ ਹੈ ਜਿਹੜਾ ਆਪਾਂ ਡਿਸਕਸ ਕਰਾਂਗੇ ਫਰਸਟ ਵਰਡ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਿਆ ਦੈਟ ਇਜ਼ ਆਸਟਰਾਸਾਈਜ਼ ਤਾਂ ਆਸਟਰਾਸਾਈਜ਼ ਦਾ ਮਤਲਬ ਹੁੰਦਾ ਕਿਸੇ ਚੀਜ਼ ਤੋਂ ਬਰਖਾਸਤ ਕਰ ਦੇਣਾ ਕੱਢ ਦੇਣਾ ਐਕਸਪੈਲ ਕਰ ਦੇਣਾ ਸੋ ਸਿਨੋਨਿਮ ਤੁਹਾਡੇ ਕੋਲੇ ਲਿਖਿਆ ਹੋਇਆ ਹੈ ਐਕਸਪੈਲ ਦਾ ਮਤਲਬ ਹੁੰਦਾ ਕੱਢ ਦੇਣਾ ਐਗਜ਼ਿਟ ਕਰ ਦੇਣਾ ਮਤਲਬ ਕਿਸੇ ਚੀਜ਼ ਨੂੰ ਬਾਹਰ ਕੱਢ ਦੇਣਾ ਬੈਨਿਸ਼ ਕਰਨਾ ਬੈਨ ਕਰ ਦੇਣਾ ਅਗੇਨ ਤੁਸੀਂ ਇੱਥੇ ਯਾਦ ਕਰ ਸਕਦੇ ਹੋ ਬੈਨ ਕਰਨਾ ਮਤਲਬ ਕਿਸੇ ਚੀਜ਼ ਨੂੰ ਹਟਾ ਦੇਣਾ ਕੱਢ ਦੇਣਾ ਸੋ ਆਸਟਰਾਸਾਈਜ਼ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਇੱਥੋਂ ਤੁਸੀਂ ਬਣਾ ਲਓ ਆਸਟਰਾਸਾਈਜ਼ ਤੋਂ ਬਣਾ ਲਓ ਐਕਸਟਰਾ ਸਾਈਜ਼ ਕਿਸੇ ਚੀਜ਼ ਦਾ ਸਾਈਜ਼ ਬਹੁਤ ਵੱਡਾ ਤਾਂ ਤੁਸੀਂ ਕੀ ਕਰੋਗੇ ਉਹਨੂੰ ਇਗਨੋਰ ਕਰ ਦੋਗੇ ਸੋ ਕੱਟ ਦੇਣਾ ਛੱਡ ਦੇਣਾ ਐਕਸਪੈਲ ਐਂਡ ਬੈਨਿਸ਼ ਆਰ ਸਿਨੋਨਿਮਸ ਆਫ ਦਿਸ ਵਰਡ ਤੇ ਦਾ ਆਪੋਜ਼ਿਟ ਵਰਡ ਕੀ ਹੋ ਜਾਣਗੇ ਕਿਸੇ ਚੀਜ਼ ਨੂੰ ਅੱਗੇ ਕਹ ਲਓ ਨਿਯੋਤਾ ਦਿੱਤਾ ਜਾ ਰਿਹਾ ਹੈ ਬੁਲਾਇਆ ਜਾ ਰਿਹਾ ਹੈ ਵੈਲਕਮ ਕੀਤਾ ਜਾ ਰਿਹਾ ਸੋ ਐਂਟੋਨਿਮ ਦੇ ਵਿੱਚ ਆ ਜਾਏਗਾ ਤੁਹਾਡੇ ਕੋਲ ਵੈਲਕਮ ਐਮਬ੍ਰੇਸ ਐਂਡ ਪੈਟਰੋਨਾਈਜ਼ ਵੈਲਕਮ ਐਮਬ੍ਰੇਸ ਐਂਡ ਪੈਟਰੋਨਾਈਜ਼ ਤਾਂ ਆਪਣੇ ਕੋਲ ਇੱਕ ਵਰਡ ਹੈ ਆਸਟਰਾਸਾਈਜ਼ ਮੀਨਿੰਗ ਹੈ ਜੀ ਕੱਢ ਦੇਣਾ ਐਕਸਪੈਲ ਬੈਨਿਸ਼ ਤੁਹਾਡੇ ਸਿਨੋਨਿਮ ਨੇ ਆਪੋਜ਼ਿਟ ਵਰਡ ਨੇ ਵੈਲਕਮ ਐਮਬੈਰਸ ਐਂਡ ਐਮਬ੍ਰੇਸ ਐਂਡ ਪੈਟਰੋਨਾਈਜ਼ ਨੈਕਸਟ ਵਰਡ ਆਪਣੇ ਕੋਲ ਨੋਸ਼ਨ ਵਰਡ ਤੁਸੀਂ ਕਾਫੀ ਸੁਣਿਆ ਹੋਣਾ ਵੀ ਇਹ ਨੋਸ਼ਨ ਤਾਂ ਕਾਫੀ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਨੋਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਕਹਿ ਲਓ ਵਿਸ਼ਵਾਸ ਹੋਣਾ ਜਾਂ ਧਾਰਨਾ ਕੋਈ ਜਿਹੜੀ ਧਾਰਨਾ ਕਹਿ ਸਕਦੇ ਹੋ ਵਿਸ਼ਵਾਸ ਕਹਿ ਸਕਦੇ ਹੋ ਕੋਈ ਕਨਸੈਪਟ ਕਹਿ ਸਕਦੇ ਹੋ ਸੋ ਨੋਸ਼ਨ ਕੀ ਹੁੰਦਾ ਕੋਈ ਧਾਰਨਾ ਅੱਗੇ ਤੁਹਾਡੇ ਕੋਲ ਸਿਨੋਨਿਮ ਨੇ ਜੀ ਬਿਲੀਫ ਵਿਸ਼ਵਾਸ ਕਹਿ ਸਕਦੇ ਆਪਾਂ ਕੰਸੈਪਸ਼ਨ ਤੁਹਾਡੇ ਸਿਨੋਨਿਮ ਹੋ ਜਾਂਦੇ ਆ ਅੱਗੇ ਤੁਹਾਡੇ ਕੋਲ ਇੰਪ੍ਰੈਸ਼ਨ ਐਂਡ ਕੰਸੈਪਟ ਲਾਸਟ ਵਰਡ ਹੈ ਜੀ ਆਪਣੇ ਕੋਲ ਪਰਸੈਪਸ਼ਨ ਤਾਂ ਇਹ ਕੀ ਨੇ ਤੁਹਾਡੇ ਸਿਨੋਨਿਮ ਨੇ ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਆਪਣੇ ਕੋਲ ਕੀ ਆ ਜਾਏਗਾ need reality and misunderstanding I hope ਤੁਹਾਨੂੰ ਕਲੀਅਰ ਹੋਣਗੇ ਬਾਕੀ ਇੱਕ ਵਾਰ ਦੁਬਾਰਾ ਦੇਖ ਲਓ ਆਸਟਰਾਸਾਈਜ਼ ਕਿੱਥੋਂ ਯਾਦ ਕਰਾਂਗੇ ਆਸਟਰਾ ਦਾ ਮਤਲਬ ਬਣਾ ਲਓ ਤੁਸੀਂ ਐਕਸਟਰਾ ਸਾਈਜ਼ ਦਾ ਤਾਂ ਤੁਸੀਂ ਕੀ ਕਰੋਗੇ ਉਹ ਚੀਜ਼ ਤੁਹਾਡੇ ਕੰਮ ਦੀ ਨਹੀਂ ਰਹੀ ਸੋ ਆਸਟਰਾਸਾਈਜ਼ ਕੱਢ ਦੋਗੇ ਨੈਕਸਟ ਆਪਣੇ ਕੋਲੇ ਵਰਡ ਆ ਜਾਂਦਾ ਜੀ ਐਕਸਪੈਲ ਐਂਡ ਬੈਨਿਸ਼ ਇਹਦੇ ਸਿਨੋਨਿਮ ਨੇ ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਆਪਣੇ ਕੋਲੇ ਵੈਲਕਮ ਐਮਬ੍ਰੇਸ ਐਂਡ ਪੈਟਰੋਨਾਈਜ਼ ਹੈ ਨੋਸ਼ਨ ਦਾ ਮੀਨਿੰਗ ਹੁੰਦਾ ਧਾਰਨਾ ਜਾਂ ਵਿਸ਼ਵਾਸ ਬਿਲੀਫ ਕਨਸੈਪਸ਼ਨ ਇੰਪ੍ਰੈਸ਼ਨ ਤੁਹਾਡੇ ਸਿਨੋਨਿਮ ਆ ਜਾਣਗੇ ਆਪੋਜ਼ਿਟ ਵਰਡ ਆਪਣੇ ਕੋਲੇ ਆ ਜਾਂਦਾ ਨੀਡ ਰਿਐਲਿਟੀ ਮਿਸਅੰਡਰਸਟੈਂਡਿੰਗ
ਅੱਗੇ ਆਪਣੇ ਕੋਲੇ ਵਰਡ ਹੈ ਜੀ ਮੁੰਡੇਨ। ਮੁੰਡੇਨ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਇਹੋ ਜਿਹੀ ਚੀਜ਼ ਜਿਹੜੀ ਕਿ ਸਧਾਰਨ ਜਿਹੀ ਹੋਵੇ। ਮੁੰਡੇਨ ਆਪਾਂ ਸਿੰਪਲ ਮੁੰਡਨ ਵਰਡ ਤੁਸੀਂ ਸੁਣਿਆ ਹੋਣਾ, ਤਾਂ ਮੁੰਡਨ ਕੌਣ ਕਰਾਉਂਦੇ? ਹਿੰਦੂ ਹੁੰਦੇ ਨਾ ਜਿਹੜੇ, ਉਹ ਮੁੰਡਨ ਕਰਵਾਉਂਦੇ ਹੁੰਦੇ ਆ। ਬੱਚੇ ਦੇ ਵਾਲ ਆ ਜਿਹੜੇ ਉਹ ਕਟਵਾ ਕੇ ਦਿੰਦੇ ਹੁੰਦੇ ਆ। ਸੋ ਉਹਨਾਂ ਦਾ ਕੀ ਇੱਕ ਸਧਾਰਨ ਜਿਹਾ ਕੰਸੈਪਟ ਹੈ ਕਿ ਉਹ ਆ ਜਿਹੜਾ ਬੱਚੇ ਦਾ ਸਿਰ ਦਾ ਜਿਹੜਾ ਹੈਗਾ ਉਹ ਵਾਲ ਕਟਵਾ ਦਿੰਦੇ ਆ, ਮੁੰਡਨ ਕਰਵਾ ਦਿੰਦੇ ਆ। ਸੋ ਆਰਡੀਨਰੀ, ਐਵਰੀ ਡੇ, ਕਾਮਨ ਪਲੇਸ ਐਂਡ ਵਰਡਲੀ ਤੁਹਾਡੇ ਸਿਨੋਨਿਮ ਹੋ ਜਾਣਗੇ। ਆਪੋਜ਼ਿਟ ਵਰਡ ਦੇਖਿਆ ਜਾਵੇ ਤਾਂ ਐਕਸਟਰਾ ਆਰਡੀਨਰੀ ਐਂਡ ਐਕਸਾਈਟਿੰਗ ਤੁਹਾਡੇ ਵਰਡ ਆ ਜਾਣਗੇ। ਅੱਗੇ ਵਰਡ ਆ ਜੀ ਆਪਣੇ ਕੋਲੇ ਨੇਸੈਂਟ। ਨੈਸੈਂਟ ਦਾ ਮੀਨਿੰਗ ਹੁੰਦਾ ਹੈ ਜਿਹੜੀ ਚੀਜ਼ ਨਵੀਂ ਜਿਹੀ ਹੋਵੇ, ਸ਼ੁਰੂਆਤ ਦੇ ਵਿੱਚ ਹੋਵੇ। ਸੋ ਨੈਸੈਂਟ, ਨੇਸੈਂਟ ਤੋਂ ਤੁਸੀਂ ਬਣਾ ਲੈਣਾ ਨਵਾਂ ਨਵਾਂ। ਨਵਾਂ ਨਵਾਂ ਕੋਈ ਚੀਜ਼ ਆ ਰਿਹਾ, ਸੋ ਸ਼ੁਰੂਆਤ ਹੋਣਾ। ਬਡਿੰਗ ਐਂਡ ਇਮਰਜਿੰਗ ਤੁਹਾਡੇ ਸਿਨੋਨਿਮ ਆ ਜਾਣਗੇ। ਆਪੋਜ਼ਿਟ ਵਰਡ ਹੈ ਜੀ ਵਿਥਰਿੰਗ। ਬਡਿੰਗ ਮਤਲਬ ਕੋਈ ਚੀਜ਼, ਬਡਿੰਗ ਦਾ ਮਤਲਬ ਹੁੰਦਾ ਕਿ ਜਿਵੇਂ ਫੁੱਲ ਕਲੀ ਖਿੜਦੀ ਸੀ ਨਾ, ਉਹ ਬਡ ਕਹਿ ਦਿੰਦੇ ਆਪਾਂ। ਸੋ ਬਡਿੰਗ ਉੱਥੋਂ ਬਣਾ ਲਓ। ਇਮਰਜਿੰਗ ਮਤਲਬ ਕੋਈ ਚੀਜ਼ ਸ਼ੁਰੂ ਹੋ ਰਹੀ ਹੈ, ਇਮਰਜ ਹੋ ਰਹੀ ਹੈ। ਅੱਗੇ ਆਪਣੇ ਕੋਲੇ ਬੈਦਰਿੰਗ ਹੈ ਜਿਹੜਾ ਤੁਹਾਡੇ ਕੋਲੇ ਆਪੋਜ਼ਿਟ ਵਰਡ ਆ ਜਾਏਗਾ। ਬੈਦਰਿੰਗ ਦਾ ਮਤਲਬ ਹੁੰਦਾ ਕੋਈ ਚੀਜ਼ ਟੁੱਟ ਕੇ ਡਿੱਗ ਗਈ, ਬੈਦਰਿੰਗ ਹੋ ਗਈ, ਖਿੰਡ ਗਈ। ਸੋ ਬੈਦਰਿੰਗ। ਅੱਗੇ ਆਪਣੇ ਕੋਲ ਨੈਕਸਟ ਵਰਡ ਹੈ ਜੀ ਸਿਨੋਨਿਮ ਐਂਟੋਨਿਮ ਦੇ ਵਿੱਚ, ਦੈਟ ਇਜ਼ ਮੀਨਡਰ। ਮੀਨਡਰ ਦਾ ਮੀਨਿੰਗ ਕੀ ਹੁੰਦਾ? ਭਟਕਣਾ। ਤਾਂ ਮੀਨ ਵਰਡ ਤੁਸੀਂ ਸੁਣਿਆ ਹੋਣਾ, ਮੀਨ ਹੋਣਾ ਮਤਲਬ ਕਿ ਹੋਣਾ ਬਾਲਾ ਜ਼ਿਆਦਾ ਕਿਸੇ ਨੂੰ ਕਹਿ ਲਓ ਆਲਸੀ ਜਿਹਾ ਹੋਣਾ। ਮੀਨ ਹੋਣਾ ਤਾਂ ਸਵਾਰਥੀ ਜਿਹਾ ਹੋਣਾ। ਸੋ ਮੀਨਡਰ ਤੋਂ ਮਤਲਬ ਕਿ ਕੋਈ ਪਰਸਨ ਜਿਹੜਾ ਸਵਾਰਥੀ ਹੈ, ਸੈਲਫਿਸ਼ ਆ, ਉਹ ਦੂਸਰਿਆਂ ਨੂੰ ਕੀ ਕਰਦਾ ਹੁੰਦਾ? ਦੂਸਰਿਆਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰਦਾ ਹੈ ਵੀ ਉਹਦਾ ਵੱਧ ਤੋਂ ਵੱਧ ਸਵਾਰਥ ਨਿਕਲਿਆ ਹੋਵੇ ਹਨ। ਸੋ ਇੱਥੋਂ ਤੁਸੀਂ ਬਣਾ ਲਓ ਮੀਨਡਰ ਦਾ ਮੀਨਿੰਗ ਕੀ ਹੁੰਦਾ? ਭਟਕਣਾ। ਸੋ ਕਰਵ ਤੁਹਾਡੇ ਕੋਲੇ ਕਰਵ ਕਿਵੇਂ ਦੀ ਹੁੰਦੀ ਹੈ? ਇਸ ਤਰੀਕੇ ਦੀ ਹੁੰਦੀ ਹੈ ਨਾ, ਕਰਵ ਹੋਣਾ, ਉਲਟਾ ਜਿਹਾ ਸਿੱਧਾ ਸਿੱਧਾ ਨਹੀਂ ਹੈ, ਭਟਕਿਆ ਜਿਹਾ ਹੋਇਆ ਤਾਂ ਰਸਤੇ ਤੋਂ ਭਟ ਗਈ ਚੀਜ਼, ਤਾਂ ਕਰਕੇ ਉੱਥੇ ਵੀ ਟੇਢੀ ਹੋ ਗਈ। ਸੋ ਕਰਵ। ਵੈਂਡਰ ਦਾ ਮੀਨਿੰਗ ਤੁਹਾਡੇ ਕੋਲੇ ਤੁਹਾਨੂੰ ਪਤਾ ਹੀ ਹੋਣਾ, ਵੈਂਡਰ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਭਟਕਣਾ ਹੁੰਦਾ। ਬਾਕੀ ਵੈਂਡਰ ਵਰਡ ਹੈ ਜਿਹੜਾ ਆਪਾਂ ਵੈਂਡਰ ਹੁੰਦੇ ਜਿਹੜੇ ਸਟਰੀਟ ਵੈਂਡਰਸ ਤੁਸੀਂ ਬਹੁਤ ਸੁਣਿਆ ਹੋਣਾ। ਤਾਂ ਗਲੀਆਂ ਦੇ ਵਿੱਚ ਜਿਹੜਾ ਕੋਈ ਸਮਾਨ ਵਗੈਰਾ ਵੇਚਣ ਆਉਂਦੇ ਹੁੰਦੇ ਉਹਨਾਂ ਨੂੰ ਸਟਰੀਟ ਵੈਂਡਰ ਕਹਿ ਦਿੱਤਾ ਜਾਂਦਾ। ਉਹਦਾ ਮੀਨਿੰਗ ਵੀ ਹੁੰਦਾ ਉਹ ਗਲੀਆਂ 'ਚ ਇੱਧਰ ਭਟਕਦੀ ਹੁੰਦੀ ਹੈ ਨਾ ਚੀਜ਼ਾਂ ਵੇਚਣ ਵਾਸਤੇ। ਅੱਗੇ ਤੁਹਾਡੇ ਕੋਲ ਵਿੰਡਿੰਗ ਵਰਡ ਹੈ। ਵਿੰਡ ਤੋਂ ਤੁਸੀਂ ਗੱਲ ਕਰ ਰਹੇ ਨੇ ਹਵਾ। ਹਵਾ ਕੀ ਕਰਦੀ ਹੁੰਦੀ ਹੈ? ਇੱਧਰ ਉੱਧਰ ਚੱਲਦੀ ਫਿਰਦੀ ਰਹਿੰਦੀ ਹੈ। ਸੋ ਇਹ ਵੀ ਤੁਹਾਡੇ ਕੋਲ ਕੀ ਆ ਜਾਏਗਾ? ਸਿਨੋਨਿਮ ਆ ਜਾਏਗਾ ਵਰਡ ਮੀਟਰ ਦਾ। ਅੱਗੇ ਆਪਣੇ ਕੋਲੇ ਆਪੋਜ਼ਿਟ ਵਰਡ ਐਂਟੋਨਿਮਸ। ਐਂਟੋਨਿਮ ਦੇ ਵਿੱਚ ਤੁਹਾਡੇ ਕੋਲ ਆ ਜਾਏਗਾ ਡਿਟਰਮਾਈਂਡ। ਡਿਟਰਮਾਈਂਡ ਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ ਕਿ ਤੁਸੀਂ ਕਹਿ ਲਓ ਕਿਸੇ ਚੀਜ਼ ਨੂੰ ਲੈ ਕੇ ਪੱਕੀ ਹੁੰਦੀ ਆ, ਕੰਮ ਕਰਨਾ ਹੀ ਕਰਨਾ। ਡਿਟਰਮਾਈਂਡ ਨਿਸ਼ਚੈ ਕੀਤਾ ਹੋਇਆ ਤੁਸੀਂ। ਅੱਗੇ ਸਟ੍ਰੇਟ। ਸਟ੍ਰੇਟ ਤੁਹਾਡੇ ਕੋਲ ਸੇਮ ਕਰਵ ਤੁਹਾਨੂੰ ਕਿਹਾ ਕਿ ਮੁੜ ਗਈ, ਤੇ ਸਟ੍ਰੇਟ ਦਾ ਮਤਲਬ ਕੀ ਹੋਗਾ? ਸਿੱਧਾ ਸਿੱਧਾ। ਸੋ ਸਟ੍ਰੇਟ ਐਂਡ ਡਿਟਰਮਾਈਂਡ ਤੁਹਾਡੇ ਆਪੋਜ਼ਿਟ ਵਰਡ ਆ ਜਾਣਗੇ ਮੀਟਰ ਦੇ। ਨੈਕਸਟ ਵਰਡ ਆਪਣੇ ਕੋਲ ਲੀਡਿਕਰਸ। ਲਿਡਿਕਰਸ। ਤਾਂ ਲਿਡਿਕਰਸ ਦਾ ਮਤਲਬ ਹੁੰਦਾ ਹੱਸਣ ਜੋ ਹੋਣਾ ਕੋਈ ਚੀਜ਼ਾਂ ਜਾਂ ਤੁਸੀਂ ਕਹਿ ਲਓ ਪਾਗਲ ਜਿਹਾ ਹੋ ਜਾਣਾ। ਸੋ ਆਪਣੇ ਕੋਲੇ ਸਿਨੋਨਿਮ ਦੇਖਿਆ ਜਾਵੇ ਤਾਂ ਕ੍ਰੇਜ਼ੀ ਆਏਗਾ। crazy, crazy, bizarre, humorous and ridiculous। crazy, bizarre, humorous and ridiculous ਤੁਹਾਡੇ synonym ਹੋ ਜਾਣਗੇ। opposite word ਦੇਖਿਆ ਜਾਵੇਗਾ ਤੁਹਾਡੇ ਕੋਲ wise, reasonable and sermon ਹੈ ਜਿਹੜਾ use ਕੀਤਾ ਜਾਂਦਾ ਹੈ। ਹਾਂਜੀ, ਤਾਂ ਆਪਾਂ ਦੇਖਿਆ ludicrous ਤੁਸੀਂ ਕਿੱਥੋਂ ਯਾਦ ਕਰ ਲੈਣਾ? ਤਾਂ ਲੁੱਡੀਆਂ ਕਹਿੰਦੇ ਹੁੰਦੇ ਵੀ ਉਹ ਤਾਂ ਲੁੱਡੀਆਂ ਪਾ ਰਿਹਾ, ਮਤਲਬ ਬਹੁਤ ਜ਼ਿਆਦਾ ਖੁਸ਼ ਹੈ ਮਤਲਬ ਬਹੁਤ ਜ਼ਿਆਦਾ ਹੱਸ ਰਿਹਾ, ਪਾਗਲ ਹੀ ਹੋ ਗਿਆ ਨਾ, ਲੁੱਡੀਆਂ ਪਾਈ ਜਾਂਦਾ ਹੈ। ਤਾਂ ludicrous ਤੁਸੀਂ ਇੱਥੇ ਯਾਦ ਕਰ ਲਓ, ਮਤਲਬ ਬਹੁਤ ਜ਼ਿਆਦਾ ਖੁਸ਼ ਹੋਣਾ। crazy ਹੋ ਜਾਣਾ, bizarre, humorous and ridiculous ਤੁਹਾਡੇ synonym ਆ ਜਾਣਗੇ। opposite word ਦੇ ਵਿੱਚ ਕਿਹਾ ਜਾਵੇ ਬੰਦਾ ਜਿਹੜਾ ਹੈਗਾ ਕੋਈ ਲੁੱਡੀਆਂ ਪਾ ਰਿਹਾ, ਥੋੜਾ ਜਿਹਾ ਕਹਿ ਲਓ ਇਹ ਲੁੱਡੀਆਂ ਪਾਉਣਾ ਤਾਂ ਆਪਾਂ ਇੱਕ ਤਰੀਕੇ ਨਾਲ ਕਮਲੀ ਹੋ ਗਏ, ਬੜਾ ਜ਼ਿਆਦਾ ਖੁਸ਼ ਹੋ ਗਏ। opposite ਕੀ ਆ ਜਾਏਗਾ? ਮਤਲਬ ਲਿਮਿਟ ਦੇ ਵਿੱਚ ਰਹਿਣਾ। ਤਾਂ ਵਾਈਸ ਰੀਜ਼ਨੇਬਲ ਤੇ ਸੋਲਮਨ ਤੁਹਾਡੇ ਕੀ ਆ ਜਾਣਗੇ? opposite word ਆ ਜਾਣਗੇ। ਆਈ ਹੋਪ ਤੁਹਾਨੂੰ 6 ਆਪਾਂ synonym ਐਂਟੋਨਿਮ ਡਿਸਕਸ ਕੀਤੇ ਕਲੀਅਰ ਹੋ ਗਏ ਹੋਣਗੇ। ਇੱਕ ਵਾਰ ਇਹਨਾਂ ਦੀ ਲੈਣੇ ਆਪਾਂ ਇੱਕ ਰਿਵੀਜ਼ਨ, ਦੈਨ ਆਪਾਂ ਜਿਹੜਾ ਆਪਣਾ ਸਪੈਲਿੰਗ ਐਰਰ ਦਾ ਪੋਰਸ਼ਨ ਡਿਸਕਸ ਕਰਾਂਗੇ। ਦੇਖੋ ਜੀ, ਤਾਂ ਫਰਸਟ synonym ਐਂਟੋਨਿਮ ਦੇ ਵਿੱਚ ਆਪਾਂ ਡਿਸਕਸ ਕੀਤਾ ਵਰਡ ostracize। ਤਾਂ ostracize ਐਕਸਟਰਾ ਸਾਈਜ਼ ਤੋਂ ਤੁਸੀਂ ਗੱਲ ਕਰ ਲੈਣਾ। ਐਕਸਟਰਾ ਸਾਈਜ਼ ਆ ਗਿਆ ਮਤਲਬ ਤੁਸੀਂ ਕੀ ਕਰ ਦੋਗੇ? ਉਹਨੂੰ ਛੱਡ ਦੋਗੇ। ਸੋ ਐਕਸਪੈਲ, ਵੈਨਿਸ਼, ਵੈਲਕਮ, ਇੰਪ੍ਰੈਸ ਐਂਡ ਪੈਟਰਨਾਈਜ਼ ਤੁਹਾਡੇ ਆਪੋਜ਼ਿਟ ਵਰਡ ਆ ਜਾਣਗੇ। ਨੈਕਸਟ ਵਰਡ ਆਪਣੇ ਕੋਲੇ ਨੋਸ਼ਨ। ਨੋਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਧਾਰਨਾ, ਵਿਸ਼ਵਾਸ। ਬਿਲੀਵ, ਕੰਸੈਪਸ਼ਨ, ਇੰਪ੍ਰੈਸ਼ਨ ਐਂਡ concept or perception are synonyms of this word and the opposite word need, reality, misunderstand। ਅੱਗੇ ਆਪਣਾ ਵਰਡ ਸੀ ਜੀ ਮੁੰਡਨ। ਮੁੰਡਨ ਤੋਂ ਤੁਸੀਂ ਯਾਦ ਕਰਨਾ ਹੈ ਮੁੰਡਨ ਜਿਹੜਾ ਸਧਾਰਨ ਜਿਹਾ ਕੋਈ ਰਿਚੁਅਲ ਹੈ। ਸੋ ਆਪਣਾ ਆਰਡੀਨਰੀ, ਐਵਰੀਡੇ, ਕਾਮਨ ਪਲੇਸ ਐਂਡ ਵਰਡਲੀ ਤੁਹਾਡੇ ਸਿਨੋਨਿਮ ਨੇ। ਆਪੋਜ਼ਿਟ ਵਰਡ ਦੀ ਗੱਲ ਕੀਤੀ ਜਾਵੇ ਤਾਂ ਐਕਸਟਰਾ ਆਰਡੀਨਰੀ ਤੇ ਐਕਸਾਈਟਿੰਗ ਤੁਹਾਡੇ ਆਪੋਜ਼ਿਟ ਵਰਡ ਹੋ ਜਾਣਗੇ। ਅੱਗੇ ਆਪਣਾ ਵਰਡ ਹੈ ਜੀ ਨੇਸੈਂਟ। ਨੇਸੈਂਟ ਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ ਸ਼ੁਰੂ ਦੇ ਵਿੱਚ ਹੈ। ਸੋ ਬਡਿੰਗ ਤੇ ਇਮਰਜਿੰਗ ਤੁਹਾਡੇ ਸਿਨੋਨਿਮ ਨੇ। ਆਪੋਜ਼ਿਟ ਵਰਡ ਆਪਣੇ ਕੋਲ ਆ ਜਾਏਗਾ ਵਿਦਰਿੰਗ। ਅੱਗੇ ਆਪਾਂ ਜਿਹੜਾ ਡਿਸਕਸ ਕਰਨਾ ਹੈ ਦੈਟ ਇਜ਼ ਸਪੈਲਿੰਗ ਐਰਰ ਜਾਂ ਮਿਸਸਪੈਲਡ ਜਿਨ੍ਹਾਂ ਨੂੰ ਆਪਾਂ ਕਹਿ ਰਹੇ ਹਾਂ। ਦੇਖੋ ਫਰਸਟ ਆਪਣੇ ਕੋਲੇ ਹੈਗਾ ਸਿਲੈਕਟ ਦਾ ਇਨਕਰੈਕਟਲੀ ਸਪੈਲਡ ਵਰਡ। ਚਾਰ ਆਪਸ਼ਨਸ ਨੇ ਤੁਹਾਡੇ ਕੋਲੇ, ਚੈੱਕ ਕਰੋ ਕਿਹੜੀ ਆਪਸ਼ਨ ਤੁਹਾਡੇ ਕੋਲੇ ਇਨਕਰੈਕਟ ਹੈ। ਸਪੈਲਿੰਗ ਚੈੱਕ ਕਰੋਗੇ ਸਾਰੇ ਵਰਡਸ ਨੇ, ਬਾਕੀ ਤੁਹਾਨੂੰ ਮੀਨਿੰਗ ਹੈ ਜਿਹੜਾ ਇਹਨਾਂ ਦਾ 1 ਬਾਈ 1 ਦੱਸਾਂਗੇ। ਬਿਗਿਨਿੰਗ ਦਾ ਮੀਨਿੰਗ ਕੀ ਹੈ? ਬਿਲੀਵ, ਕਨਵੀਨੀਐਂਟ ਐਂਡ ਮੇਜ਼ਰਮੈਂਟ। ਅਗੇਨ ਤੁਹਾਨੂੰ ਸਾਰਿਆਂ ਦੇ ਮੀਨਿੰਗ ਦੱਸੇ ਜਾਣਗੇ। ਆਨਸਰ ਹੈ ਜਿਹੜਾ ਤੁਹਾਨੂੰ ਦੱਸਾਂਗੇ, ਇੱਕ ਵਾਰ ਤੁਸੀਂ ਇਹਨਾਂ ਨੂੰ ਟਰਾਈ ਕਰੋ ਕਿਹੜਾ ਵਰਡ ਹੈ ਤੁਹਾਡੇ ਕੋਲੇ ਇਨਕਰੈਕਟਲੀ ਸਪੈਲ ਐਚੁਅਲੀ ਹੈਗਾ। ਦੇਖੋ ਜੀ, ਚਾਰ ਆਪਸ਼ਨਸ ਨੇ, ਕਿਹੜੀ ਆਪਸ਼ਨ ਤੁਹਾਡੇ ਕੋਲੇ ਇਨਕਰੈਕਟ ਹੈ? ਹਾਂਜੀ, ਤਾਂ ਆਈ ਹੋਪ ਤੁਸੀਂ ਆਨਸਰ ਮਾਰ ਕਰ ਲਿਆ ਹੋਣਾ। ਦੇਖੋ ਜੀ, ਬਿਗਿਨਿੰਗ। ਬਿਗਿਨਿੰਗ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਬਿਗਿਨਿੰਗ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਸ਼ੁਰੂਆਤ ਹੋਣਾ। ਸ਼ੁਰੂਆਤ
शुरुआत होना, आरंभ होना है ना, बिगिनिंग। अगे तुहाडे कोल वर्ड है बिलीव, बिलीव का मतलब तुहानू सारिਆਂ ਨੂੰ पता है किसी चीज दे विच विश्वास होना, बिलीव होना, विश्वास। अगे तुहाडे कोले आ जांदा जी कन्वीनिएंट, कन्वीनिएंट दा मीनिंग हुंदा तुहाडे कोले किसी चीज दे अनुकूल होना, सुविधाजनक कह सकदे हो, सुविधा अनुसार होना, सुविधाजनक होना, कन्वीनिएंट। अगे अपने कोले वर्ड मेजरमेंट, मेजरमेंट दा तुहानू पता ही है, मेजरमेंट आपां माप वास्ते यूज कर लेने, नाप है ना, माप कह लेने आपां किसी चीज दी मेजरमेंट। अगे आ गया तुहाडे कोले हुण इन्हां च देखना तुसीं इनकरेक्टली स्पेल्ड वर्ड, तां किहड़ा वर्ड तुहाडे कोले इनकरेक्टली स्पेल्ड है? तां हां जी अपना ऑप्शन सी है जिहड़ा कि आंसर होएगा। कन्वीनिएंट दी स्पेलिंग इत्थे रॉन्ग है, बिगिनिंग बिल्कुल सही लिखा है, डबल एन यूज कीती हुई है। नेक्स्ट बिलीव द स्पेलिंग अगेन बिल्कुल सही ने, BELIEVE। नेक्स्ट तुहाडे कोल वर्ड कन्वीनिएंट, कन्वीनिएंट द स्पेलिंग इत्थे रॉन्ग ने, तो स्पेलिंग की हुंदे ने सब तो पहले तो यही चेक करो, CONVENIENT, BENI ਹੁੰਦਾ, BANI नहीं ਹੁੰਦਾ, ਕਨਵੀਨੀਐਂਟ ਹੁੰਦਾ, ਕਨਵੀਨੀਐਂਟ ਨਹੀਂ ਹੁੰਦਾ। ਸੋ ਸੁਵਿਧਾਜਨਕ ਦਾ मीनिंग ਹੁੰਦਾ ਹੈ, ਤਾਂ ਇੱਥੇ ਤੁਹਾਡੇ ਕੋਲੇ ਇਹ ਆਨਸਰ ਹੋਣਾ ਸੀ। ਇਨਕਰੈਕਟਲੀ ਸਵਾਲਡ ਵਰਡ ਸੀ ਜਿਹੜਾ ਤੁਸੀਂ ਚੂਜ਼ ਕਰਨਾ ਸੀ। ਮੈਜ਼ਰਮੈਂਟ ਦੇ ਸਪੈਲਿੰਗ ਬਿਲਕੁਲ ਸਹੀ ਦਿੱਤੇ ਹੋਏ ਆ। ਹਾਂਜੀ, ਤਾਂ ਆਨਸਰ ਕੀ ਹੋਣਾ ਸੀ ਇੱਥੇ? ਸੀ ਆਪਸ਼ਨ ਸੀ ਜਿਹੜਾ ਤੁਹਾਡਾ ਆਨਸਰ ਸੀ। ਆਈ ਹੋਪ ਤੁਹਾਡਾ ਸਾਰਿਆਂ ਦਾ ਸਹੀ ਹੋਏਗਾ। ਅੱਗੇ ਆਪਣੇ ਕੋਲ ਵਰਡ ਹੈ ਜੀ ਅਗੇਨ ਸੈਕੰਡ ਨੰਬਰ ਕੁਐਸਚਨ, ਦੈਟ ਇਜ਼ ਸਿਲੈਕਟ ਦਾ ਇਨਕਰੈਕਟਲੀ ਸਪੈਲਡ ਵਰਡ। ਚਾਰ ਆਪਸ਼ਨਸ ਨੇ, ਚੈੱਕ ਕਰਨਾ ਤੁਸੀਂ ਇਨਕਰੈਕਟਲੀ ਸਪੈਲਡ ਵਰਡ ਚੈੱਕ ਕਰੋ, ਦੈਨ ਆਪਾਂ ਜਿਹੜਾ ਤੁਹਾਨੂੰ ਇੱਥੇ ਆਨਸਰ ਦੱਸਾਂਗੇ ਪਲੱਸ ਸਾਰੇ ਆਪਸ਼ਨਸ ਦੇ ਤੁਹਾਨੂੰ मीनिंग ਦੱਸੇ ਜਾਣਗੇ। ਦੇਖੋ ਜੀ। ਹਾਂਜੀ, ਤਾਂ ਤੁਸੀਂ ਆਨਸਰ ਨਾ ਕਰ ਲਿਆ ਹੋਣਾ, ਤਾਂ ਦੇਖੋ ਕਿਹੜਾ ਆਨਸਰ ਆਏਗਾ ਇੱਥੇ, ਕਿਹੜੀ ਆਪਸ਼ਨ ਤੁਹਾਡਾ ਆਨਸਰ ਹੈ। ਤਾਂ ਪਹਿਲਾਂ ਆਪਾਂ ਦੇਖਦੇ ਹਾਂ ਸਾਰਿਆਂ ਦੇ मीनिंग, ਦੈਨ ਆਪਾਂ ਤੁਹਾਨੂੰ ਆਪਸ਼ਨ ਦਾ ਆਨਸਰ ਦੱਸਾਂਗੇ। ਤਾਂ ਕਿਹੜਾ ਆਨਸਰ ਹੋਏਗਾ ਸੈਕੰਡ ਨੰਬਰ ਕੁਐਸਚਨ ਦਾ। ਸਭ ਤੋਂ ਪਹਿਲਾਂ ਤੁਹਾਡੇ ਕੋਲ ਵਰਡ ਹੈ ਰੈਲੀਵੈਂਟ। ਰੈਲੀਵੈਂਟ ਦਾ ਮਤਲਬ ਹੁੰਦਾ ਆਪਾਂ ਕਹਿੰਦੇ ਨਾ ਕਿਸੇ ਚੀਜ਼ ਨਾਲ ਸੰਬੰਧਿਤ ਹੋਣਾ, ਰੈਲੀਵੈਂਸ ਹੋਣਾ, ਰੈਲੀਵੈਂਟ ਹੋਣਾ। ਸੋ ਸੰਬੰਧਿਤ, ਸੰਬੰਧਿਤ ਤੁਸੀਂ ਕਹਿ ਸਕਦੇ ਹੋ, ਅਨੁਸਾਰ ਕਹਿ ਸਕਦੇ ਹੋ, ਕਿਸੇ ਚੀਜ਼ ਦੇ ਅਨੁਸਾਰ ਹੋਣਾ, ਰੈਲੀਵੈਂਟ ਹੋਣਾ, ਸੰਬੰਧਿਤ ਹੋਣਾ। ਨੈਕਸਟ ਆਪਣੇ ਕੋਲ ਵਰਡ ਹੈ ਅਬੈਸਮਲ। ਅਬੈਸਮਲ ਦਾ ਮਤਲਬ ਹੁੰਦਾ ਕੋਈ ਵੀ ਜਿਹੜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੋਵੇ ਜਾਂ ਖਰਾਬ ਵਾਸਤੇ ਆਪਾਂ ਯੂਜ਼ ਕਰ ਲੈਣਾ। ਅਬੈਸਮਲ ਦਾ मीनिंग ਖਰਾਬ ਵੀ ਹੁੰਦਾ ਹੈ, ਬਾਕੀ ਅਥਾਹ ਵਰਡ ਹੈ ਜਿਹੜਾ ਯੂਜ਼ ਕੀਤਾ ਜਾਂਦਾ ਬਹੁਤ ਜ਼ਿਆਦਾ। ਅੱਗੇ ਤੁਹਾਡੇ ਕੋਲ ਵਰਡ ਹੈ ਜੀ ਸੀ, ਦੈਟ ਇਜ਼ ਅਕੁਇੰਟੈਂਸ। ਅਕੁਇੰਟੈਂਸ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ? ਕਿਸੇ ਚੀਜ਼ ਨਾਲ ਜਾਣ ਪਛਾਣ ਹੋਣੀ, ਨੋਨ ਹੋਣਾ, ਜਾਣ ਪਛਾਣ ਹੋਣਾ, ਨੋਨ ਹੋਣਾ। हाँ जी, सो अकेंटेंस। नैक्सट है तुहाडे कोल वर्ड प्रोसीड। प्रोसीड दा मीनिंग तां तुहानूं सारिआं नूं पता ही है, कोई चीज़ जिहड़ी पहिलां आउंदी है, सो पहिलां दी गल कीती जा रही है, तां तुसीं प्रोसीड वर्ड जिवें इट प्रोसीड्स हिम, सो अपने कोल क्या जांदा प्रोसीड वर्ड यूज़ कीता जांदा है, मतलब कोई चीज़ जिहड़ी पहिलां आउंदी है। हाँ जी, तो हुण आपां देखना कि इनकरेक्टली स्पैल्ड वर्ड तुहाडा किहड़ा ऑप्शन होएगा आंसर, तां ऑप्शन सी है जिहड़ा तुहाडा आंसर है। अकेंटेंस दी स्पैलिंग इत्थे रॉन्ग ने, रेलीवेंट बिल्कुल सही स्पैलिंग ने, अबैसनल दी स्पैलिंग अगेन बहुत सही ने। अगे तुहाडे कोल सी ऑप्शन जिहड़ा कि रॉन्ग है, आपां देखदे हां आंसर की होएगा, ते प्रोसीड दी स्पैलिंग अगेन तुहाडे कोल सही ने। सी ऑप्शन ਤੁਹਾਡਾ ਆਨਸਰ ਸੀ। ਹੁਣ ਚੈੱਕ ਕਰੋ ਕੀ ਆਪਸ਼ਨਸ ਆਪਣੇ ਕੋਲੇ ਕੀ ਸਪੈਲਿੰਗ ਹੋਣਗੇ। ACQUANCE, TANCE ਹੁੰਦਾ, TNCE ਨਹੀਂ ਹੁੰਦਾ। ਇੱਥੇ ਤੁਹਾਡੇ ਕੋਲੇ ਇਹ ਰੌਂਗ ਸੀ। ਸੋ ਸੀ ਆਪਸ਼ਨ ਸੀ ਜਿਹੜਾ ਤੁਸੀਂ ਟਿਕ ਕਰਨਾ ਸੀ। ਸੀ ਜਿਹੜਾ ਤੁਹਾਡਾ ਆਨਸਰ ਸੀ, ਸੀ ਤੁਸੀਂ ਮਾਰਕ ਕਰਨਾ ਸੀ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਥਰਡ ਨੰਬਰ ਆਪਣੇ ਕੋਲੇ ਕੁਐਸਚਨ ਹੈ ਜੀ ਸਿਲੈਕਟ ਦਾ ਕਰੈਕਟਲੀ ਸਪੈਲਡ ਵਰਡ। ਤਾਂ ਚਾਰ ਆਪਸ਼ਨਸ ਨੇ, ਕਰੈਕਟਲੀ ਸਪੈਲਡ ਵਰਡ ਤੁਸੀਂ ਫਾਈਂਡ ਆਊਟ ਕਰਨਾ ਹੈ ABCD ਚਾਰ ਆਪਸ਼ਨਸ ਦੇ ਵਿੱਚੋਂ। ਚੈੱਕ ਕਰੋ ਤਿੰਨ ਆਪਸ਼ਨ ਤੁਹਾਡੇ ਕੋਲੇ ਰੌਂਗ ਯੂਜ਼ ਕੀਤੀਆਂ ਹੋਈਆਂ, ਰੌਂਗ ਸਪੈਲਿੰਗ ਨੇ। ਇੱਕ ਆਪਸ਼ਨ ਹੈ ਜਿਹੜੀ ਤੁਹਾਡੇ ਕੋਲੇ ਕਰੈਕਟਲੀ ਸਪੈਲ ਹੋਏਗੀ, ਸੌਰੀ ਤਾਂ ਇੱਥੇ ਵੀ ਅਗੇਨ ਤੁਸੀਂ ਇਨਕਰੈਕਟਲੀ ਸਪੈਲਡ ਵਰਡ ਹੀ ਫਾਈਂਡ ਆਊਟ ਕਰੋਗੇ, ਬਿਕਾਜ਼ ਤਿੰਨ ਆਪਸ਼ਨ ਤੁਹਾਡੇ ਕੋਲੇ ਬਿਲਕੁਲ ਸਹੀ ਦਿੱਤੇ ਹੋਏ ਹੈ। ਵੇਟ ਕਰੈਕਟਲੀ ਸਪੈਲਡ ਵਰਡ ਤੁਹਾਨੂੰ ਫਾਈਂਡ ਆਊਟ ਕਰਨ ਦੇ ਲਈ ਹੀ ਕਿਹਾ ਹੋਇਆ। ਥਰਡ ਆਪਸ਼ਨ ਹੈ ਐਵੋਲੂਸ਼ਨ, ਰੈਪੀਟੇਟਿਵ, ਲੈਪਰੋਸਕੋਪੀ ਐਂਡ ਅਮੈਚੁਰ। ਤਾਂ ਚੈੱਕ ਕਰਨਾ ਤੁਸੀਂ ਕਰੈਕਟਲੀ ਸਪੈਲਡ ਵਰਡ। ਤਾਂ ਥਰਡ ਆਪਸ਼ਨ ਦੇ ਵਿੱਚ ਅਗੇਨ ਤੁਸੀਂ ਕੀ ਚੈੱਕ ਕਰਨਾ, ਕਰੈਕਟਲੀ ਸਪੈਲਡ ਵਰਡ ਹੀ ਫਾਈਂਡ ਆਊਟ ਕਰਨਾ। ਤਾਂ ਚੈੱਕ ਕਰੋ ਜੀ ਕਿਹੜਾ ਵਰਡ ਹੈ ਤੁਹਾਡੇ ਕੋਲ ਕਰੈਕਟਲੀ ਸਪੈਲਡ ਹੈ। ਚਾਰ ਆਪਸ਼ਨਸ ਨੇ ABCD, ਤਾਂ ਤੁਸੀਂ ਚੈੱਕ ਕਰਨਾ ਕਰੈਕਟਲੀ ਸਪੈਲਡ ਵਰਡ ਕਿਹੜਾ ਹੈ। A ਆਪਸ਼ਨ ਸਹੀ ਹੈ, B ਦੇ ਸਹੀ ਹੈ ਸਪੈਲਿੰਗ, C ਦੇ ਜਾਂ ਫਿਰ D ਦੇ। ਤਾਂ ਤਿੰਨ ਆਪਸ਼ਨ ਨੇ ਜਿਹੜੀਆਂ ਤੁਹਾਡੇ ਕੋਲ ਇਨਕਰੈਕਟ ਹੋਣਗੀਆਂ, ਇਨਕਰੈਕਟ ਸਪੈਲ ਦਿੱਤੇ ਹੋਣਗੇ। ਇੱਕ ਦੇ ਸਪੈਲਿੰਗ ਹੈ ਜਿਹੜੇ ਤੁਹਾਡੇ ਕੋਲ ਬਿਲਕੁਲ ਸਹੀ ਨੇ, ਜੋ ਕਿ ਤੁਸੀਂ ਇੱਥੇ ਫਾਈਂਡ ਆਊਟ ਕਰਨਾ ਹੈ। ਦੇਖੋ ਜੀ ABCD। हाँ जी, ਤਾਂ ਆਪ ਤੁਸੀਂ ਆਨਸਰ ਮਾਰਕ ਕਰ ਲਿਆ ਹੋਣਾ। ਤਾਂ ਆਨਸਰ ਕੀ ਆਏਗਾ ਤੁਹਾਡੇ ਕੋਲ ਸੀ ਆਪਸ਼ਨ ਹੈ ਜਿਹੜੀ ਕਰੈਕਟਲੀ ਸਪੈਲਡ ਹੈ, ਬਾਕੀ ਤਿੰਨ ਆਪਸ਼ਨ ਤੁਹਾਡੇ ਕੋਲ ਇਨਕਰੈਕਟ ਸਪੈਲ ਕੀਤੀਆਂ ਹੋਈਆਂ। ਲੈਪਰੋਸਕੋਪੀ, ਲੈਪਰੋਸਕੋਪੀ ਇੱਕ ਪ੍ਰੋਸੈਸ ਹੁੰਦਾ ਹੈ ਜਿਹਦੇ ਵਿੱਚ ਕਹਿ ਲਓ ਪੇਟ ਦੀਆਂ ਕੋਈ ਬਿਮਾਰੀ ਵਗੈਰਾ ਦਾ ਜਿਹੜਾ ਆਪਰੇਸ਼ਨ ਵਗੈਰਾ ਆਪਰੇਟ ਕੀਤਾ ਜਾਂਦਾ ਹੈ, ਤਾਂ ਇੰਸਟਰੂਮੈਂਟਸ ਵਗੈਰਾ ਦੇ ਨਾਲ, ਤਾਂ ਉਹਨੂੰ ਕੀ ਕਿਹਾ ਜਾਂਦਾ ਜੀ ਲੈਪਰੋਸਕੋਪੀ ਕਿਹਾ ਜਾਂਦਾ। ਤੇ ਤੁਸੀਂ ਸੁਣਿਆ ਹੋਣਾ ਲੈਪਰੋਸਕੋਪੀ ਦਾ ਪ੍ਰੋਸੈਸ।
ਜੇ ਕਿਸੇ ਦਾ ਪੇਟ ਵਗੈਰਾ ਦਾ ਜਾਂ ਕਹਿ ਲਓ ਅਪੈਂਡਿਕਸ ਵਗੈਰਾ ਜਾਂ ਉਹਨਾਂ ਦਾ ਕੋਈ ਆਪਰੇਸ਼ਨ ਹੁੰਦਾ ਤਾਂ ਉੱਥੇ ਤੁਹਾਡੇ ਕੋਲ ਕਿਹਾ ਜਾਂਦਾ ਲੈਪਰੋਸਕੋਪੀ ਨਾਲ ਜਿਹੜਾ ਆਪਰੇਟ ਕੀਤਾ ਜਾਂਦਾ ਸੋ ਲੈਪਰੋਸਕੋਪੀ ਤਾਂ ਇਹਦੇ ਬਿਲਕੁਲ ਸਹੀ ਸਪੈਲਿੰਗ ਨਹੀਂ ਬਾਕੀ ਤਿੰਨ ਵਰਡ ਜਿਹੜੇ ਤੁਹਾਡੇ ਕੋਲ ਦਿੱਤੇ ਐਵੋਲੂਸ਼ਨ ਰੈਪੀਟੇਟਿਵ ਐਂਡ ਅਮੈਚਿਓਰ ਇਹ ਕਿਨੇ ਤੁਹਾਡੇ ਕੋਲ ਇਨਕਰੈਕਟ ਸਪੈਲ ਕੀਤੇ ਹੁਣ ਆਪਾਂ ਇਹਨਾਂ ਨੂੰ ਦੇਖਦੇ ਹਾਂ ਕਿ ਕਰੈਕਟਲੀ ਕਿਵੇਂ ਸਪੈਲ ਹੋਣਗੇ ਸੋ ਐਵੋਲੂਸ਼ਨ ਵਰਡ EVOLUTION EVOLUTION ਇਹ ਹੁੰਦੇ ਸਪੈਲਿੰਗ ਤੁਹਾਡੇ ਕੋਲੇ ਹੁਣ ਇਹਦਾ ਮੀਨਿੰਗ ਕੀ ਹੁੰਦਾ ਹੈ ਵਿਕਾਸ ਵਾਸਤੇ ਆਪਾਂ ਯੂਜ਼ ਕਰ ਲੈਣਾ ਹੈ ਇਵੋਲੂਸ਼ਨ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਵਿਕਾਸ ਨੈਕਸਟ ਵਰਡ ਹੈ ਰਿਪੀਟੇਟਿਵ ਦੇ ਸਪੈਲਿੰਗ ਅਗੇਨ ਤੁਹਾਡੇ ਕੋਲ ਰੋਂਗ ਹੈ ਸਪੈਲਿੰਗ ਹੁੰਦੀ ਹੈ REPETITIV ਰਿਪੀਟੇਟਿਵ ਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ ਕਿ ਦੁਹਰਾਈ ਜਾਂਦੀ ਹੈ ਵਾਰ-ਵਾਰ ਆਉਂਦੀ ਹੈ ਸੋ ਰਿਪੀਟ ਹੋ ਰਹੀ ਹੈ ਸੋ ਰਿਪੀਟੇਟਿਵ ਦਾ ਮਤਲਬ ਹੁੰਦਾ ਦੁਹਰਾਉਣਾ ਦੁਹਰਾਈ ਕਹਿ ਸਕਦੇ ਹੋ ਤੁਸੀਂ ਦੁਹਰਾਈ ਦੁਹਰਾਉਣਾ ਹਾਂਜੀ ਤਾਂ ਰਿਪੀਟੇਟਿਵ ਦੇ ਸਪੈਲਿੰਗ ਤੁਹਾਡੇ ਕੋਲੇ ਇਹ ਹੋਣਗੇ ਨੈਕਸਟ ਆਪਣੇ ਕੋਲੇ ਲੈਪਰੋਸਕੋਪੀ ਦੇ ਸਪੈਲਿੰਗ ਬਿਲਕੁਲ ਸਹੀ ਹੈ ਤਾਂ ਲੈਪਰੋਸਕੋਪੀ ਇੱਕ ਪ੍ਰੋਸੈਸ ਹੈ ਜਿਹਦੇ ਵਿੱਚ ਪੇਟ ਦੇ ਕਹਿ ਲਓ ਸਟਮਕ ਦੇ ਜਿਹੜੇ ਬਿਮਾਰੀਆਂ ਵਗੈਰਾ ਦਾ ਇਲਾਜ ਕੀਤਾ ਜਾਂਦਾ ਹੈ ਆਪਰੇਟ ਵਗੈਰਾ ਕੀਤਾ ਜਾਂਦਾ ਹੈ ਅੱਗੇ ਆਪਣੇ ਕੋਲੇ ਜਿਹੜਾ ਡੀ ਨੰਬਰ ਆਪਸ਼ਨ ਹੈ ਅਮਚੌਰ ਅਮਚੌਰ ਦੇ ਸਪੈਲਿੰਗ ਅਗੇਨ ਤੁਹਾਡੇ ਕੋਲੇ ਰੌਂਗ ਨੇ ਸਪੈਲਿੰਗ ਹੁੰਦੀ ਹੈ AMATEUR ਤਾਂ ਸਪੈਲਿੰਗ ਆਪਣੇ ਕੋਲੇ AMATEUR ਹੁੰਦੀ ਹੈ MET ਨਹੀਂ ਹੁੰਦੇ ਅੱਗੇ ਆਪਣੇ ਕੋਲੇ ਹੁੰਦਾ ਅਮਚੌਰ ਦਾ ਮੀਨਿੰਗ ਕੀ ਹੁੰਦਾ ਤੁਹਾਡੇ ਕੋਲੇ ਅਮਚੌਰ ਬੇਸਿਕਲੀ ਆਪਾਂ ਇਹੋ ਜਿਹੇ ਪਰਸਨ ਵਾਸਤੇ ਯੂਜ਼ ਕਰ ਲੈਂਦੇ ਹਾਂ ਜਿਹੜਾ ਕਿ ਕੱਲ ਕੋਈ ਵੀ ਕੰਮ ਕਰਦਾ ਤਾਂ ਉਹ ਜ਼ਿਆਦਾ ਸਕਿੱਲਫੁਲ ਨਹੀਂ ਹੁੰਦਾ ਅਨੁਭਵੀ ਨਹੀਂ ਹੁੰਦਾ ਤਾਂ ਉੱਥੇ ਤੁਸੀਂ ਜਿਹੜਾ ਯੂਜ਼ ਕਰ ਸਕਦੇ ਹੋ ਅਨੁਭਵੀ ਤੁਸੀਂ ਕਹਿ ਸਕਦੇ ਹੋ ਮਤਲਬ ਜਿਹੜਾ ਨਵਾਂ ਦਾ ਹੋਵੇ ਉਹ ਮਚੌਰ ਜਿਹੜਾ ਉੱਥੇ ਯੂਜ਼ ਕੀਤਾ ਜਾ ਸਕਦਾ ਹਾਂਜੀ ਤਾਂ ਇਹ ਸੀ ਤੁਹਾਡਾ ਥਰਡ ਕੁਐਸਚਨ ਕਰੈਕਟਲੀ ਸਪੈਲਡ ਵਰਡ ਤੁਸੀਂ ਫਾਈਂਡ ਆਊਟ ਕਰਨਾ ਸੀ ਸੀ ਆਪਸ਼ਨ ਸੀ ਜਿਹੜਾ ਤੁਹਾਡਾ ਆਨਸਰ ਸੀ ਤਾਂ ਤਿੰਨ ਕੁਐਸਚਨ ਦੇਖੇ ਆਪਾਂ ਸਪੈਲਿੰਗ ਕਰਨ ਦੇ ਵਿੱਚ ਦੋ ਆਪਾਂ ਇਨਕਰੈਕਟਲੀ ਸਪੈਲਡ ਵਰਡ ਦੇ ਦੇਖੇ ਤੇ ਇੱਕ ਆਪਾਂ ਕਰੈਕਟਲੀ ਸਪੈਲਡ ਵਰਡ ਦੇ ਦੇਖੇ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਬਾਕੀ ਹਰ ਇੱਕ ਕੁਐਸਚਨ ਦਾ ਆਪਾਂ ਮੀਨਿੰਗ ਦੇਖਿਆ ਚਾਰ ਆਪਸ਼ਨ ਤੁਹਾਨੂੰ ਦਿੱਤੀਆਂ ਗਈਆਂ ਸੀ ਚਾਰਾਂ ਦਾ ਮੀਨਿੰਗ ਦੇਖਿਆ ਬਾਕੀ ਤੁਸੀਂ ਜਿਹੜੇ ਚਾਰ ਮਤਲਬ ਤੁਹਾਡੇ ਕੋਲੇ ਕਲਾਸ ਦੇ ਵਿੱਚ 12 ਵਰਡਸ ਤੁਸੀਂ ਅੱਜ ਦੀ ਕਲਾਸ ਦੇ ਵਿੱਚ ਜਿਹੜੇ ਕਰੈਕਟਲੀ ਸਪੈਲਡ ਇਨਕਰੈਕਟਲੀ ਸਪੈਲਡ ਵਰਡ ਦੇ ਦੇਖੇ ਤਾਂ ਉਹਨਾਂ ਨੂੰ 12 ਦੇ 12 ਵਰਡਸ ਨੂੰ ਤੁਸੀਂ ਯਾਦ ਕਰਨਾ ਇਸ ਤੋਂ ਇਲਾਵਾ ਵਨ ਵਰਡ ਸਬਸਟੀਟਿਊਸ਼ਨ ਦੇ ਵਿੱਚ ਜਿੰਨੇ ਵੀ ਵਰਡ ਹੋਇਆ ਵਰਬੂਲਰ ਹੋਗਾ ਤੁਹਾਡਾ ਕੈਬਲਰੀ ਹੋਗਾ ਉਹਨਾਂ ਦੀ ਵੀ ਸਪੈਲਿੰਗ ਤੁਸੀਂ ਯਾਦ ਕਰਨੀ ਹੈ ਈਡੀਅਮ ਫਰੇਜ਼ਸ ਦੇ ਵਿੱਚ ਕੋਈ ਵੀ ਇਹੋ ਜਿਹਾ ਵਰਡ ਜਿਹੜਾ ਕਿ ਤੁਹਾਨੂੰ ਐਵੇਂ ਲੱਗਦਾ ਕਿ ਥੋੜਾ ਜਿਹਾ ਕਹਿ ਲਓ ਲਿਖਣ ਦੇ ਵਿੱਚ ਜਾਂ ਸਪੈਲਿੰਗ ਦੇ ਵਿੱਚ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਉਹਦੀ ਵੀ ਸਪੈਲਿੰਗ ਤੁਸੀਂ ਕੀ ਕਰ ਲੈਣੇ ਆ ਲਰਨ ਕਰ ਲੈਣੇ ਬਿਕਾਜ਼ ਇਹਨਾਂ ਦੇ ਵਿੱਚ ਤੁਹਾਡੇ ਕੋਲ ਕੁਐਸਚਨ ਜ਼ਿਆਦਾਤਰ ਇਹੀ ਬਣਦੇ ਕਰੈਕਟਲੀ ਇਨਕਰੈਕਟਲੀ ਸਪੈਲਡ ਵਰਡ ਦੇ ਵਿੱਚ ਜਿਹੜੇ ਕਿ ਤੁਸੀਂ ਦੇਖੇ ਜੇ ਹੁੰਦੇ ਤਾਂ ਆਪਾਂ ਜਿਹੜਾ ਇਹਨਾਂ ਦੇ ਵਿੱਚ ਜ਼ਿਆਦਾ ਐਰਰਸ ਕਰਦੇ ਹਾਂ ਤਾਂ ਇਹ ਧਿਆਨ ਨਾਲ ਕਰਨਾ ਅੱਗੇ ਆਪਣੇ ਕੋਲ ਕੁਐਸਚਨ ਆ ਜਾਂਦੇ ਜੀ ਫਿਫਥ ਪ੍ਰੈਪੋਜੀਸ਼ਨ ਦਾ ਜਿਵੇਂ ਆਪਾਂ ਪਿਛਲੇ ਸਮੇਂ ਤੋਂ ਜਿਹੜਾ ਕਾਫੀ ਡਿਸਕਸ ਕੀਤੀਆਂ ਗਈਆਂ ਫਿਫਥ ਪ੍ਰੈਪੋਜੀਸ਼ਨ ਵਰਡ ਦੇਖਦੇ ਹੁੰਦੇ ਤਾਂ ਉਹਦੇ ਨਾਲ ਜਿਹੜੀਆਂ ਪ੍ਰੈਪੋਜੀਸ਼ਨ ਯੂਜ਼ ਕੀਤੀਆਂ ਜਾਂਦੀਆਂ ਉਹਨਾਂ ਨੂੰ ਡਿਸਕਸ ਕਰਦੇ ਹਾਂ ਤਾਂ ਅੱਜ ਦਾ ਜਿਹੜਾ ਆਪਾਂ ਵਰਡ ਦੇਖਾਂਗੇ ਜੀ ਬ੍ਰੇਕ ਨਾਲ ਸਟਾਰਟ ਹੋਣ ਵਾਲੀਆਂ ਬ੍ਰੇਕ ਦੇ ਨਾਲ ਹੈ ਜਿਹੜੇ ਲੱਗਣ ਵਾਲੀਆਂ ਪ੍ਰੈਪੋਜੀਸ਼ਨਸ ਦੇਖਾਂਗੇ ਸਭ ਤੋਂ ਪਹਿਲੀ ਪ੍ਰੈਪੋਜੀਸ਼ਨ ਹਾਂਜੀ ਤਾਂ ਦੇਖੋ ਬ੍ਰੇਕ ਦੇ ਨਾਲ ਯੂਜ਼ ਕੀਤਾ ਜਾ ਰਿਹਾ ਵਰਡ ਇਨ ਕੀ ਇੱਕ ਪ੍ਰੈਪੋਜੀਸ਼ਨ ਹੈ ਜਦੋਂ ਬ੍ਰੇਕ ਇਨ ਯੂਜ਼ ਕੀਤਾ ਗਿਆ ਤਾਂ ਇਹਦਾ ਮਤਲਬ ਹੋਏਗਾ ਬ੍ਰੇਕ ਦਾ ਬੇਸਿਕਲੀ ਮੀਨਿੰਗ ਹੁੰਦਾ ਤੋੜਨਾ ਬ੍ਰੇਕ ਦਾ ਮਤਲਬ ਹੁੰਦਾ ਕੋਈ ਚੀਜ਼ ਤੋੜਨਾ ਜਾਂ ਫਿਰ ਟੁੱਟ ਜਾਣਾ ਹਨਾ ਸੋ ਬ੍ਰੇਕ ਤਾਂ ਆਪਣੇ ਕੋਲ ਹੁਣ ਇੱਥੇ ਦੇਖੋ ਬ੍ਰੇਕ ਦੇ ਨਾਲ ਜੇ ਇਨ ਆ ਗਿਆ ਤਾਂ ਇਹਦਾ ਮੀਨਿੰਗ ਹੋਏਗਾ ਟੂ ਇੰਟਰਪਟ ਔਰ ਟੂ ਟ੍ਰੇਨ ਦਾ ਮਤਲਬ ਹੁੰਦਾ ਹੈ ਇੱਥੇ ਤੁਹਾਡੇ ਕੋਲ ਕਿਸੇ ਨੂੰ ਟ੍ਰੇਨਿੰਗ ਵਗੈਰਾ ਦਿੱਤੀ ਜਾ ਰਹੀ ਹੈ ਕਿਸੇ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਟੂ ਟ੍ਰੇਨ ਦਾ ਮਤਲਬ ਕਿ ਸਿਖਲਾਈ ਹੈ ਸਿਖਲਾਈ ਦੇਣਾ ਹਾਂਜੀ ਤੁਸੀਂ ਸਿਖਾਉਣਾ ਸਿਖਲਾਈ ਦੇਣਾ ਜਿਵੇਂ ਤੁਹਾਡੇ ਕੋਲ ਕੋਈ ਕਾਸੇ ਨਾ ਕਾਸੇ ਦੇ ਜਿਹੜੇ ਟ੍ਰੇਨਿੰਗ ਸੈਂਟਰ ਵਗੈਰਾ ਬਣੇ ਹੁੰਦੇ ਆ ਸੋ ਉਹ ਤੁਹਾਡੇ ਕੋਲ ਆ ਜਾਏਗਾ ਟੂ ਟ੍ਰੇਨ ਮਤਲਬ ਕਿਸੇ ਚੀਜ਼ ਦੀ ਸਿਖਲਾਈ ਦੇਣਾ ਅੱਗੇ ਤੁਹਾਡੇ ਕੋਲ ਟੂ ਇੰਟਰਪਟ ਦਾ ਮਤਲਬ ਹੁੰਦਾ ਕਿਸੇ ਕਨਵਰਸੇਸ਼ਨ ਦੇ ਵਿੱਚ ਕਿਸੇ ਨੂੰ ਰੋਕ ਜੇ ਦੇਣਾ ਸੋ ਰੋਕ ਦੇਣਾ ਸੋ ਬ੍ਰੇਕਿੰਗ ਦਾ ਮੀਨਿੰਗ ਤੁਹਾਡੇ ਕੋਲ ਆ ਜਾਏਗਾ ਟੂ ਇੰਟਰਪਟ ਐਂਡ ਟੂ ਟ੍ਰੇਨ ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਹੈ ਸ਼ੀ ਬ੍ਰੋਕ ਇਨ on their conversation and asked a question. She broke in on their conversation and asked a question. ਕਹਿੰਦੇ ਕੀ ਕਰਦੇ ਆ ਵੀ ਉਹਨੇ ਕੀ ਕੀਤਾ ਬ੍ਰੇਕਿੰਗ ਕਰਤਾ ਮਤਲਬ ਵਿਚਲੀ ਜਿਹੜਾ ਉਹ ਬੋਲਤੀ ਕਿਹਦੇ ਵਿੱਚ ਉਹਨਾਂ ਨੇ ਕਿਸੇ ਦੀ ਕਨਵਰਸੇਸ਼ਨ ਚੱਲ ਰਹੀ ਸੀ ਉਹਦੇ ਵਿੱਚ ਤੇ ਕੀ ਕੀਤਾ ਇੱਕ ਕੁਐਸਚਨ ਹੈ ਜਿਹੜਾ ਪੁੱਟ ਕੀਤਾ ਸੋ ਕਰਤਾ ਉਹਨੇ ਇੰਟਰਪਟ ਕੀਤਾ ਉਹਨਾਂ ਦੀ ਕਨਵਰਸੇਸ਼ਨ ਨੂੰ ਸੋ ਬ੍ਰੇਕਿੰਗ ਜਿਹੜਾ ਤੁਸੀਂ ਯੂਜ਼ ਕੀਤਾ ਬ੍ਰੋਕ ਇਨ ਜਿਹੜਾ ਤੁਹਾਡੇ ਕੋਲ ਬ੍ਰੋਕਨ ਕੁਝ ਵੀ ਯੂਜ਼ ਕੀਤਾ ਜਾ ਸਕਦਾ ਫਾਰਮ ਹੈ ਜਿਹੜੀਆਂ ਤੁਹਾਡੀਆਂ ਚੇਂਜ ਹੋ ਸਕਦੀਆਂ ਕਿਉਂਕਿ ਪ੍ਰੈਪੋਜੀਸ਼ਨ ਦਾ ਮੀਨਿੰਗ ਤੁਸੀਂ ਧਿਆਨ ਚ ਰੱਖੋ break in ਦਾ meaning ਹੁੰਦਾ ਹੈ to interrupt or to train next ਆਪਣੇ ਕੋਲ break into ਦਾ into ਦਾ ਤੁਹਾਨੂੰ meaning ਦੱਸਿਆ ਹੋਇਆ ਇੱਕ in ਹੁੰਦਾ ਮਤਲਬ ਕੋਈ ਚੀਜ਼ ਅੰਦਰ ਪਈ ਹੈ ਤੇ into ਦਾ ਮਤਲਬ ਹੁੰਦਾ ਕੋਈ ਚੀਜ਼ ਜਦੋਂ ਬਾਹਰੋਂ ਅੰਦਰ ਐਂਟਰ ਕਰ ਰਹੀ ਹੈ ਤੇ into ਆਪਾਂ ਪ੍ਰੈਪੋਜੀਸ਼ਨ ਦੇ ਵਿੱਚ ਡਿਸਕਸ ਕੀਤਾ in ਤੇ into ਦਾ meaning ਤੁਹਾਨੂੰ ਕਲੀਅਰ ਹੈ ਤਾਂ break into ਦਾ ਮਤਲਬ ਕੀ ਹੋਏਗਾ to enter illegally or forcefully ਤਾਂ ਬੇਸਿਕਲੀ ਦੇਖਿਆ ਜਾਵੇ ਤਾਂ ਬਰਗਲਰ ਹੁੰਦੇ ਆ ਆਪਣੇ ਕੋਲੇ ਇੰਟਰੂਡਰ ਹੁੰਦੇ ਆ ਤਾਂ ਉਹ ਕੀ ਕਰਦੇ ਹੁੰਦੇ ਆ ਇਲੀਗਲੀ ਹੀ ਐਂਟਰ ਕਰਦੇ ਹੁੰਦੇ ਆ ਚੋਰ ਵਗੈਰਾ ਨੂੰ ਤੁਸੀਂ ਬੁਲਾਵਾ ਤਾਂ ਨਹੀਂ ਦਿੰਦੇ ਘਰ ਦੇ ਵਿੱਚ ਆ ਜਾਓ ਵੀ ਚੋਰ ਕਰ ਲਓ ਨਹੀਂ ਉਹ ਆਪਣੇ ਆਪ ਹੀ ਆ ਜਿਹੜਾ ਆ ਜਾਂਦੇ ਗੈਰ ਕਾਨੂੰਨੀ ਤਰੀਕਿਆਂ ਨਾਲ ਆ ਜਿਹੜਾ ਉਹ ਆਉਂਦੇ ਆ ਸੋ ਐਂਟਰ ਇਲੀਗਲੀ ਔਰ ਫੋਰਸਫੁਲੀ ਤਾਂ ਤੁਸੀਂ ਯੂਜ਼ ਕਰੋਗੇ ਬ੍ਰੇਕ ਇਨਟੂ ਆਪਣੇ ਕੋਲੇ ਜਿਵੇਂ ਐਗਜ਼ਾਮਪਲ ਦਿੱਤੀ ਹੋਈ ਹੈ someone broke into my car last night ਤਾਂ ਕੋਈ ਇਹ ਕਹਿੰਦੇ ਮੇਰੀ ਕਾਰ ਦੇ ਵਿੱਚ ਜਿਹੜਾ ਰਾਤ ਨੂੰ ਘੁਸ ਗਿਆ ਸੀ ਤਾਂ ਉਹ ਸੇਮ ਚੀਜ਼ ਇਲੀਗਲੀ ਐਂਟਰ ਕੀਤਾ ਸੀ ਉਹਦੀ ਕਾਰ ਹੈ ਨਹੀਂ ਸੀ ਜਾਂ ਉਹਨੇ ਤੁਹਾਡੇ ਤੋਂ ਚਾਬੀ ਵਗੈਰਾ ਨਹੀਂ ਲਈ ਤਾਂ ਉਹ ਇਲੀਗਲੀ ਐਂਟਰ ਕੀਤਾ ਫੋਰਸਫੁਲੀ ਐਂਟਰ ਕੀਤਾ ਤਾਂ ਤੁਸੀਂ ਜਿਹੜਾ ਯੂਜ਼ ਕਰੋਗੇ break into ਦਾ someone broke into my car last night ਆਪਾਂ broke into ਇੱਥੇ ਯੂਜ਼ ਕੀਤਾ ਹੈ ਨੈਕਸਟ ਆਪਣੇ ਕੋਲੇ ਆਪਣੀ ਫਰੇਜ਼ ਆ ਜਾਂਦੀ ਹੈ ਜੀ break up
ਬ੍ਰੇਕ ਅਪ, ਹੁਣ ਬ੍ਰੇਕਅਪ ਦਾ ਤੁਸੀਂ ਸਾਰੇ ਜਾਣਦੇ ਹੋਵੋਗੇ। ਬ੍ਰੇਕਅਪ ਅੱਜ ਦੇ ਮਾਡਰਨ ਲਾਈਫ ਦੇ ਵਿੱਚ ਤਾਂ ਜਿਹੜਾ ਇਹ ਬਹੁਤ ਵਾਰ ਯੂਜ਼ ਕੀਤਾ ਜਾਣ ਵਾਲਾ ਵਰਡ ਹੈ। ਬ੍ਰੇਕਅਪ ਹੋ ਜਾਂਦਾ, ਬ੍ਰੇਕਅਪ ਦਾ ਮਤਲਬ ਹੁੰਦਾ ਰਿਲੇਸ਼ਨਸ਼ਿਪ ਐਂਡ ਕਰਨਾ। ਸੋ ਬ੍ਰੇਕਅਪ ਟੂ ਐਂਡ ਰਿਲੇਸ਼ਨਸ਼ਿਪ, हाँ, रिलेशनशिप खत्म हो जानी। सो एग्जांपल ਤੁਹਾਨੂੰ ਦਿੱਤੀ ਹੈ देयर मैरिज broke up after years of arguments। ਕਹਿੰਦੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਮੈਰਿਜ ਦੇ ਵਿੱਚ ਵਿਵਾਦ ਚੱਲ ਰਹੀ ਸੀ ਤੇ ਅਖੀਰ ਦੇ ਵਿੱਚ ਕੀ ਹੋਇਆ, ਉਹਨਾਂ ਦੀ ਜਿਹੜੀ ਮੈਰਿਜ ਸੀ, ਵਿਆਹ ਸੀ ਜਿਹੜਾ ਉਹ ਟੁੱਟ ਗਿਆ। ਸੋ ਬ੍ਰੋਕ ਅਪ ਦਾ ਮਤਲਬ ਹੁੰਦਾ ਹੈ ਟੂ ਐਂਡ ਰਿਲੇਸ਼ਨਸ਼ਿਪ, ਤਾਂ ਬ੍ਰੇਕਅਪ ਕਰਨਾ, ਬ੍ਰੋਕ ਅਪ ਕਰਨਾ ਮਤਲਬ ਹੁੰਦਾ ਹੈ ਰਿਲੇਸ਼ਨਸ਼ਿਪ ਖਤਮ ਹੋ ਜਾਣਾ। ਨੈਕਸਟ ਆਪਣੇ ਕੋਲੇ ਆ ਜਾਂਦਾ ਜੀ ਬ੍ਰੇਕ ਥਰੂ। ਬ੍ਰੇਕ ਥਰੂ ਦਾ ਮੀਨਿੰਗ ਕੀ ਹੈ? ਤਾਂ ਬ੍ਰੇਕ ਥਰੂ ਬੇਸਿਕਲੀ ਜਿਨ੍ਹਾਂ ਦੇ ਨਾਲ ਵੀ ਥਰੂ ਵਰਡ ਹੈਗਾ ਨਾ, ਉਹਨਾਂ ਦਾ ਮੀਨਿੰਗ ਸਕਸੈਸਫੁਲ ਹੋਣਾ ਹੀ ਹੁੰਦਾ ਹੈ। ਤਾਂ ਕੱਲਾ ਕੰਮ ਥਰੂ ਨੂੰ ਛੱਡ ਕੇ ਬ੍ਰੇਕ ਥਰੂ ਦਾ ਮੀਨਿੰਗ ਤੁਹਾਡੇ ਕੋਲੇ ਕੀ ਹੁੰਦਾ ਹੈ? ਸਕਸੈਸਫੁਲ ਹੋਣਾ ਹੀ ਹੁੰਦਾ ਹੈ। ਤਾਂ ਦੇਖੋ ਬ੍ਰੇਕ ਥਰੂ, ਟੂ ਸਕਸੀਡ ਇਨ ਸਮਥਿੰਗ ਡਿਫਿਕਲਟ, ਤਾਂ ਕਿਸੇ ਔਖੀ ਜਿਹੀ ਚੀਜ਼ ਦੇ ਵਿੱਚੋਂ ਤੁਸੀਂ ਸਕਸੈਸਫੁਲੀ ਹੈ ਜਿਹੜਾ ਬਾਹਰ ਨਿਕਲ ਰਹੇ ਹੋ ਤਾਂ ਤੁਸੀਂ ਯੂਜ਼ ਕਰੋਗੇ ਜੀ ਬ੍ਰੇਕ ਥਰੂ। ਸੋ ਸਨਲਾਈਟ ਹੈਡ ਬ੍ਰੋਕਨ ਥਰੂ ਦਾ ਕਲਾਉਡਸ। ਹੁਣ ਦੇਖੋ ਇੱਥੇ ਆਪਣੇ ਕੋਲ ਕੀ ਯੂਜ਼ ਕੀਤਾ ਹੋਇਆ, ਸੂਰਜ ਦੀਆਂ ਕਿਰਨਾਂ ਦੀ ਗੱਲ ਕੀਤੀ ਜਾ ਰਹੀ ਹੈ, ਰੋਸ਼ਨੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਆਈ ਹੈ? ਕਲਾਉਡ, ਬੱਦਲਾਂ ਦੇ ਵਿੱਚੋਂ ਜਿਹੜਾ ਬ੍ਰੋਕਨ ਥਰੂ ਹੋਈ ਹੈ, ਬਾਹਰ ਨਿਕਲੀ ਹੈ। ਸੋ ਸਨਲਾਈਟ ਹੈਡ ਬ੍ਰੋਕਨ ਥਰੂ ਦਾ ਕਲਾਉਡਸ ਹੈ ਜਿਹੜਾ ਤੁਹਾਡੇ ਕੋਲ ਯੂਜ਼ ਹੋ ਰਿਹਾ। ਬ੍ਰੇਕ ਥਰੂ ਦਾ ਮਤਲਬ ਹੁੰਦਾ ਸਨਲਾਈਟ ਹੈਡ ਬ੍ਰੋਕਨ ਥਰੂ ਦਾ ਕਲਾਉਡ। ਨੈਕਸਟ ਆਪਣੇ ਕੋਲ ਅੱਜ ਕੁਐਸਚਨ, ਤੁਹਾਨੂੰ ਜਿਹੜਾ ਹੈਗਾ ਅੱਜ ਦੀ ਕਲਾਸ ਦਾ ਕੁਐਸਚਨ ਦਿੱਤਾ ਜਾ ਰਿਹਾ। ਕੁਐਸਚਨ ਕੀ ਹੈ? ਦ ਬਰਗਲਰ ਬ੍ਰੋਕ ਬਲੈਕ ਦਾ ਹਾਊਸ ਐਂਡ ਸਟੋਲ ਆਲ देयर ਮਨੀ ਐਂਡ ਜਵੈਲਰੀ। ਤਾਂ ਆਪਣੇ ਕੋਲ ਇਹ ਕੁਐਸਚਨ ਹੈ, ਤੁਹਾਨੂੰ ਦੇ ਰਿਹਾ ਹੈਗਾ, ਦਿੱਤਾ ਗਿਆ। ਤੁਸੀਂ ਚੈੱਕ ਕਰਨਾ, ਚਾਰ ਆਪਸ਼ਨ ਨੇ ਤੁਹਾਡੇ ਕੋਲ, ਇੱਥੇ ਇਨਟੂ ਆਏਗਾ, ਅਪ ਆਏਗਾ, ਇਨ ਆਏਗਾ, ਜਾਂ ਫਿਰ ਕੋਈ ਵੀ ਆਪਸ਼ਨ ਹੈ ਜਿਹੜੀ ਤੁਹਾਡੀ ਸਹੀ ਨਹੀਂ ਹੈ ਤੁਸੀਂ ਨਨ ਦਾ ਯੂਜ਼ ਕਰ ਲਓਗੇ। ਤਾਂ ਚਾਰ ਆਪਸ਼ਨਸ ਨੇ, ਆਨਸਰ ਤੁਹਾਡਾ ਕਮੈਂਟ ਬਾਕਸ ਦੇ ਵਿੱਚ ਆ ਜਾਣਾ ਚਾਹੀਦਾ। ਇਹ ਹੈ ਤੁਹਾਡਾ ਹੋਮਵਰਕ। ਹਾਂਜੀ, ਤਾਂ ਆਨਸਰ ਹੈ ਜਿਹੜਾ ਤੁਸੀਂ ਕਮੈਂਟ ਕਰਕੇ ਦੱਸੋਗੇ ਕੀ ਆਨਸਰ ਹੋਏਗਾ ਇਹਦਾ। ਤਾਂ ਆਪਾਂ ਜਿਹੜਾ ਹੈਗਾ ਆਨਸਰ ਤੁਹਾਨੂੰ ਨੈਕਸਟ ਕਲਾਸ ਦੇ ਵਿੱਚ ਦੱਸਾਂਗੇ, ਜਦੋਂ ਆਪਾਂ ਅੱਗੇ ਫਿਕਸ ਪ੍ਰੈਪੋਜੀਸ਼ਨ ਦਾ ਟੌਪਿਕ ਡਿਸਕਸ ਕੀਤਾ। ਨੈਕਸਟ ਕਲਾਸ ਦੇ ਵਿੱਚ ਤੁਹਾਨੂੰ ਇਹਦਾ ਆਨਸਰ ਦੱਸ ਦਿੱਤਾ ਜਾਏਗਾ। ਸੋ ਸਟੂਡੈਂਟਸ ਟਰਾਈ ਕਰਨਾ ਹੈ ਕਿ ਇਹ ਵਾਲਾ ਜਿਹੜਾ ਕੁਐਸਚਨ ਤੁਸੀਂ ਸੋਲਵ ਕਰਨਾ ਹੈ। ਬਾਕੀ ਜਿੰਨੀਆਂ ਵੀ ਪ੍ਰੈਪੋਜੀਸ਼ਨਸ ਅੱਜ ਆਪਾਂ ਡਿਸਕਸ ਕੀਤੀਆਂ, ਇੱਕ ਵਾਰ ਉਹਨਾਂ ਨੂੰ ਦੇਖ ਲੈਣੇ ਆ। ਦੇਖੋ ਜੀ, ਤਾਂ ਫਿਕਸ ਪ੍ਰੈਪੋਜੀਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖੀ ਸੀ ਬ੍ਰੇਕ ਦੇ ਨਾਲ। ਬਾਕੀ ਸਾਰੀਆਂ ਬੋਰਡ ਜਿੰਨੇ ਵੀ ਦੇਖੇ ਆਪਾਂ ਬ੍ਰੇਕ ਨਾਲ ਹੀ ਦੇਖਿਆ। ਸੋ ਮੈਂ ਇੱਕ ਵਾਰ ਬ੍ਰੇਕ ਲਿਖ ਕੇ ਇਸ ਤੋਂ ਬਾਅਦ ਇਹਨਾਂ ਦੀ ਪ੍ਰੈਪੋਜੀਸ਼ਨ, ਬ੍ਰੇਕ ਇਨ ਦੇਖਿਆ ਆਪਾਂ, ਬ੍ਰੇਕ ਇਨਟੂ ਡਿਸਕਸ ਕੀਤਾ, ਦੈਨ ਆਪਾਂ ਬ੍ਰੇਕਅਪ ਦੇਖਿਆ। ਹਾਂਜੀ, ਬ੍ਰੇਕਅਪ ਦੇਖਿਆ, ਦੈਨ ਆਪਾਂ ਬ੍ਰੇਕ ਥਰੂ ਦੇਖਿਆ। ਇਹ ਚਾਰ ਪ੍ਰੈਪੋਜੀਸ਼ਨਸ ਦੇਖੀਆਂ ਜੀ। ਬ੍ਰੇਕ ਇਨ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਇੰਟਰਪਟ ਕਰਨਾ, ਕਿਸੇ ਚੀਜ਼ ਦੇ ਵਿੱਚ ਚਲੋ ਦਖਲ-ਅੰਦਾਜ਼ੀ ਜੇ ਕਰਨਾ, ਕਿਸੇ ਦੀ ਕਨਵਰਸੇਸ਼ਨ ਨੂੰ ਰੋਕਣਾ ਜਾਂ ਕੋਈ ਕੰਮ ਕਰ ਰਿਹਾ ਉਹਨੂੰ ਰੋਕ ਦੇਣਾ। ਸੋ ਇੰਟਰਪਟ ਕਰਨਾ, ਔਰ ਟੂ ਟ੍ਰੇਨਿੰਗ ਦੇਣਾ ਵੀ ਫਿਰ ਤੁਹਾਡੇ ਕੋਲ ਬ੍ਰੇਕ ਇਨ ਦਾ ਮੀਨਿੰਗ ਹੁੰਦਾ ਹੈ। ਬ੍ਰੇਕ ਇਨਟੂ ਦਾ ਮੀਨਿੰਗ ਕੀ ਹੁੰਦਾ ਹੈ? ਇਲੀਗਲੀ ਐਂਟਰ ਕੀਤਾ ਜਾ ਰਿਹਾ, ਇਲੀਗਲੀ ਐਂਟਰ ਕਰਨਾ, ਫੋਰਸਫੁਲੀ ਐਂਟਰ ਕਰਨਾ, ਬ੍ਰੇਕ ਇਨਟੂ। ਬ੍ਰੇਕਅਪ ਦਾ ਮਤਲਬ ਹੈ ਟੂ ਐਂਡ ਰਿਲੇਸ਼ਨਸ਼ਿਪ। ਨੈਕਸਟ ਹੈ ਬ੍ਰੇਕ ਥਰੂ ਦਾ ਮਤਲਬ ਹੁੰਦਾ ਟੂ ਸਕਸੀਡ ਇਨ ਸਮਥਿੰਗ। ਤਾਂ ਅੱਗੇ ਤੁਹਾਡੇ ਕੋਲ ਦਿੱਤਾ ਗਿਆ ਜੀ ਤੁਹਾਨੂੰ ਹੋਮਵਰਕ ਕੁਐਸਚਨ। ਤਾਂ ਇਹ ਹੈ ਜਿਹੜਾ ਤੁਸੀਂ ਫਿਫਥ ਪ੍ਰੈਪੋਜੀਸ਼ਨ ਦੇ ਵਿੱਚ ਟੌਪਿਕ ਦੇ ਵਿੱਚ ਤੁਹਾਨੂੰ ਕੁਐਸਚਨ ਪੁੱਛਿਆ ਜਾ ਰਿਹਾ। ਦ ਬਰਗਲਰ ਬ੍ਰੋਕ ਬਲੈਕ ਦਾ ਹਾਊਸ ਐਂਡ ਸਟੋਲ ਆਲ देयर ਮਨੀ ਐਂਡ ਜਵੈਲਰੀ। ਤਾਂ ਬਰਗਲਰ ਵਰਡ ਆਪਾਂ ਅੱਜ ਡਿਸਕਸ ਕੀਤਾ, ਇਹ ਮੀਨਿੰਗ ਹੁੰਦਾ ਘੁਸਪੈਠੀਆ। ਹੁਣ ਦੇਖੋ ਜੀ ਇੱਥੇ ਕਿਹੜਾ ਆਪਸ਼ਨ ਆਏਗਾ ਤੁਹਾਡੇ ਕੋਲ, ਏ ਬੀ ਸੀ ਡੀ ਚਾਰ ਆਪਸ਼ਨਸ ਨੇ ਤੁਹਾਡੇ ਕੋਲ। ਜੋ ਵੀ ਆਨਸਰ ਹੋਇਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਿਹੜਾ ਆਨਸਰ ਪੋਸਟ ਕਰੋਗੇ ਤੇ ਤੁਹਾਨੂੰ ਇਹ ਜਿਹੜਾ ਇਹਦਾ ਆਨਸਰ ਅਗਲੀ ਕਲਾਸ ਦੇ ਵਿੱਚ ਆਪਾਂ ਦੱਸਾਂਗੇ। ਹਾਂਜੀ, ਤਾਂ ਇਹ ਸੀ ਅੱਜ ਦੀ ਆਪਣੀ vocab ਦੀ ਕਲਾਸ। ਇੱਥੇ ਕਰਦੇ ਆਪਣੀ ਕਲਾਸ ਨੂੰ ਓਵਰ। ਜੇ ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਹੈ, ਆਪਣੇ ਫਰੈਂਡਸ ਦੇ ਨਾਲ ਜਿਹੜਾ ਸ਼ੇਅਰ ਜ਼ਰੂਰ ਕਰਨਾ ਹੈ। ਜੇ ਵੀ ਚੈਨਲ ਦੇ ਉੱਤੇ ਨਿਊ ਸਟੂਡੈਂਟਸ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ ਤਾਂ ਜੋ ਨਵੀਆਂ ਕਲਾਸਿਸ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਏ ਤੇ ਤੁਸੀਂ ਕਲਾਸ ਹੈ ਜਿਹੜੀ ਟਾਈਮ ਤੇ ਅਟੈਂਡ ਕਰ ਸਕੋ। ਬਾਕੀ vocab ਦੀਆਂ ਜਿੰਨੀਆਂ ਵੀ ਤੁਹਾਨੂੰ ਵਰਡਸ ਕਰਾਏ ਜਾਂਦੇ ਆ, ਜੋ ਵੀ ਕੰਮ ਤੁਹਾਨੂੰ ਕਰਾਇਆ ਜਾਂਦਾ ਹੈ, ਤੁਹਾਨੂੰ ਕਰਿਆ ਕਰੋ ਕੋਸ਼ਿਸ਼ ਕਿ ਤੁਹਾਡੀ ਕਲਾਸ ਦੇ ਵਿੱਚ ਹੀ ਲਰਨ ਹੋ ਜਾਏ। ਬਾਕੀ ਜਿਹੜਾ 5-10 ਮਿੰਟ ਕਲਾਸ ਤੋਂ ਬਾਅਦ ਤੁਸੀਂ ਦੇ ਦਿਆ ਕਰੋ ਤਾਂ ਜੋ ਤੁਹਾਡੇ ਜਿਹੜੇ ਤੁਸੀਂ ਰਿਪੀਟ ਕਰ ਸਕੋ। ਤੇ ਇਹ ਹੈ ਜਿਹੜਾ ਤੁਹਾਡਾ ਅੱਜ ਦਾ ਕੁਐਸਚਨ ਸੀ। ਹਾਂਜੀ, ਹੁਣ ਮਿਲਾਂਗੇ ਨੈਕਸਟ ਕਲਾਸ ਦੇ ਵਿੱਚ vocab ਦੇ ਨਵੇਂ-ਨਵੇਂ ਵਰਡਸ ਸਿੱਖਾਂਗੇ। ਅੱਜ ਦੇ ਲਈ ਇੰਨਾ ਹੀ। ਥੈਂਕ ਯੂ।